जे अज असी जिन्हां दी सजावां पूरीਆਂ हो गईਆਂ उन्हां वास्ते नहीं खड़ सकते, फिर सानूं कहना नहीं चाहिए कि असी खालस हाँ या असी खालसे हाँ या असी सिख धर्म नाल बिलोंग करते। हरेक गुरुद्वारे दे विच अरदास हुंदी है कि राज करेगा खालसा, आकी रहे ना कोई, राज खालसा करेगा। ये आपां हमेशा गल करते हैं, हमेशा अरदास भी करते हैं, चलो मारे कृपा करन राज खालसे दा सीगा, आउणा भी चाहिए। तो जे दोबारा राज खालसे दा आउंदा, पर मैनूं एक गल दसो, आपां राज खालसे नूं करावांगे कित्थे? राज तुसीं गल चुभूगी, सुणन वालिआं नूं भी चुभूगी कि राज आपां कराउणा कित्थे है खालसे नूं, खालसा राज करूगा कित्थे? यार साडे पंजाबियां दे बच्चे, साडी पंजाबियां दी कम्यूनिटी, साडा अद्धा पंजाब तां बाहर चलिया गया, आउण वाले 2-3 सालां दे विच सारा पंजाब बाहर चले जाना, पर राज करांगे कित्थे? कैनेडा चले गए, ਅਸੀਂ ਖਾਲਸੇ ਦਾ ਰਾਜ ਕਿੱਥੇ ਕਰਾਵਾਂਗੇ? ਕੈਨੇਡਾ ਅਮਰੀਕਾ 'ਚ ਕਰਾਵਾਂਗੇ, ਇੰਗਲੈਂਡ? ਉਹ ਕਹਿੰਦੇ ਜੀ ਜਦੋਂ ਖਾਲਸੇ ਦਾ ਰਾਜ ਹੋ ਗਿਆ ਉਦੋਂ ਵਾਪਸ ਆ ਜਾਣਗੇ। ਤੇ ਖਾਲਸੇ ਦਾ ਰਾਜ ਕੌਣ ਭਈਏ ਕਰਾਉਣਗੇ ਭਾਜੀ? ਤੇ ਉਹਨਾਂ ਨੇ ਆਪਦਾ ਦਰਦ ਸਾਂਝਾ ਕੀਤਾ ਵੀ ਮੈਂ ਉਸ ਟਾਈਮ ਦੇ ਵਿੱਚ ਇੰਜੀਨੀਅਰ ਬਣਿਆ ਸੀ, ਮੈਂ ਅੰਦਰ ਗਿਆ ਸਿੱਖ ਕੌਮ ਦੇ ਵਾਸਤੇ ਅੰਦਰ ਗਿਆ, ਪਰ ਜਦੋਂ ਮੈਂ ਬਾਹਰ ਆਇਆ ਤੇ 2 ਮਹੀਨੇ ਆ ਕੇ ਪੈਰੋਲ ਤੇ ਮੈਂ ਆਟੋ ਚਲਾਇਆ ਮੇਰੀ ਮਾਤਾ ਦੀ ਦਵਾਈ ਦੇਣ ਵਾਸਤੇ, ਵੀ ਮੇਰੀ ਮਾਤਾ ਦੀ ਦਵਾਈ ਪੂਰੀ ਕਰਦਿਆਂ ਮੈਂ ਆਟੋ ਚਲਾ ਕੇ ਸਿੱਖ ਧਰਮ ਦੇ ਨਾਂ ਤੇ ਬਹੁਤ ਫੰਡ ਵੀ ਇਕੱਠਾ ਹੋਇਆ ਉਸ ਟਾਈਮ ਦੇ ਨਾਂ ਤੇ, ਬੰਦੀਆਂ ਦੇ ਨਾਂ ਤੇ ਜਾਂ ਸਿੰਘਾਂ ਦੇ ਨਾਂ ਤੇ ਬਹੁਤ ਪੈਸਾ ਇਕੱਠਾ ਹੋਇਆ, ਕਿੱਥੇ ਗਿਆ? ਤੇ ਸਭ ਨਾਕਾਮ ਆਪਿਓ ਆਪ ਹੈ, ਆਪੇ ਸਾਰ ਕਰੇ। ਮਾਰੇ ਕਹਿੰਦੇ ਪਹਿਲਾਂ ਬਣੀ ਪ੍ਰਾਲਬਧ ਪਾਛੇ ਬਣਿਓ ਸਰੀਰ, ਇਹ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਆ ਵੀ ਪਹਿਲਾਂ ਆਪਾਂ ਸਾਰਾ ਕੁਝ ਤੁਹਾਡਾ ਲਿਖ ਕੇ ਫਿਰ ਬੰਦਾ ਦੁਨੀਆ 'ਚ ਬਾਅਦ 'ਚ ਆਉਂਦਾ, ਪਹਿਲਾਂ ਉਹਦੀ ਪ੍ਰਾਲਬਧ ਉਹਦੀ ਰੋਟੀ ਲਿਖ ਦਿੱਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਬਹੁਤ ਜ਼ਰੂਰੀ ਹੈ। ਪਰ ਭਾਜੀ ਅੱਜ ਦੇ ਟਾਈਮ 'ਚ ਤੁਸੀਂ ਮੈਨੂੰ ਇੱਥੇ ਇੱਕ ਗੱਲ ਦੱਸੋ, ਆਪਾਂ ਇਹਨਾਂ ਦੇ ਅੱਗੇ ਹੱਥ ਅੱਡ ਰਹੇ ਹਾਂ, ਸਾਡੇ ਸਿੰਘ ਛੱਡੋ, ਅਸੀਂ ਇਹਨਾਂ ਦੇ ਅੱਗੇ ਬੇਨਤੀਆਂ ਕਰ ਰਹੇ ਹਾਂ ਸਾਡੇ ਸਿੰਘ ਛੱਡੋ, ਫਿਰ ਵੀ ਅਸੀਂ ਕੁਰਬਾਨੀਆਂ ਕੀਤੀਆਂ, ਫਿਰ ਵੀ 90% ਆਜ਼ਾਦੀ 47 ਦੇ ਵਿੱਚ ਸ਼ਹੀਦੀਆਂ ਸਾਡੀਆਂ ਹੋਈਆਂ ਸੀ, ਫਿਰ ਵੀ ਅੱਜ ਅਰਦਾਸ ਕਰਦੇ ਇਹਨਾਂ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਦੇ ਕਰਦੇ ਹੀ ਕਰਦੇ ਇਹਨਾਂ ਦੇ ਅੱਗੇ ਵੀ ਹੱਥ ਜੋੜਦੇ ਵੀ ਸਾਡੇ ਬੰਦੇ ਛੱਡੋ। ਤੇ ਜੇ ਇਹੀ ਅਸੀਂ ਆਪ ਸਾਡੇ ਆਪ ਦੇ ਬੰਦੇ ਵਿੱਚ ਹੁੰਦੇ, ਕਿਉਂ ਇਹਨਾਂ ਨੂੰ ਵਿੱਚ ਬਿਠਾ ਕੇ ਅਸੀਂ ਗੱਲ ਕਰਦੇ ਵੀ ਸਾਡੇ ਬੰਦੇ ਛੱਡੋ, ਛੱਡੇ ਜਾਂਦੇ ਕਿ ਨਾ ਛੱਡੇ ਜਾਂਦੇ? ਇੱਕ ਮਿਸ਼ਨਰੀ ਕਾਲਜ ਚਲਾਇਆ ਜਾਂਦਾ ਹੈ, ਇਹ ਇਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਕਰਾਈ ਜਾਂਦੀ ਹੈ, ਸੰਥਿਆ ਕਰਾਈ ਜਾਂਦੀ ਹੈ, ਪ੍ਰਚਾਰਕ ਬਣਾਏ ਜਾਂਦੇ ਆ, ਢਾਡੀ ਬਣਾਏ ਜਾਂਦੇ ਆ, ਰਾਗੀ ਬਣਾਏ ਜਾਂਦੇ ਆ, ਉਹ ਰਾਗੀ ਬਣ ਵੀ ਜਾਂਦੇ ਆ, ਪਾਠੀ ਬਣ ਵੀ ਜਾਂਦੇ ਆ, ਪਰ ਉਹਨਾਂ ਦੇ ਨਾਲ ਕੀ ਦੁਨਿਆਵੀ ਇੰਜੀਨੀਅਰ, ਦੁਨਿਆਵੀ ਵਕੀਲ, ਦੁਨਿਆਵੀ ਜੱਜ, IPS IAS ਇਹ ਜ਼ਰੂਰੀ ਨਹੀਂ ਭਾਜੀ? ਸਾਰੇ ਹੀ ਰਾਗੀ ਬਣਾ ਦਾਂਗੇ ਸਾਰੇ। ਸ਼੍ਰੋਮਣੀ ਕਮੇਟੀ ਇਹ ਵੀ ਕਹੂਗੀ ਜੀ ਵੀ ਸਾਡੇ ਕਾਲਜ ਵੀ ਚੱਲਦੇ ਆ, ਸਾਡੇ ਸਕੂਲ ਵੀ ਚੱਲਦੇ ਨੇ ਜੀ। ਭਾਜੀ ਜਿਹੜੇ ਕਾਲਜ ਸ਼੍ਰੋਮਣੀ ਕਮੇਟੀ ਦੇ ਚੱਲਦੇ ਆ, ਸਿੱਖ ਮਿਸ਼ਨਰੀ ਕਾਲਜ ਨੂੰ ਛੱਡ ਕੇ ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਦਾ, ਮੈਂ ਸੰਗਤ ਦੇ ਵਿੱਚ ਮਾਫੀ ਮੰਗੂੰਗਾ, ਸ਼੍ਰੋਮਣੀ ਕਮੇਟੀ ਮੈਨੂੰ ਇਹੋ ਜਿਹੇ 20 ਬੰਦੇ ਦਿਖਾ ਦੇਵੇ ਜਿਹੜੇ ਪੜ੍ਹਾ ਕੇ IPS IAS ਅਫਸਰ ਲਵਾਏ ਹੋਣ। ਅੱਜ ਜੇ ਤੁਸੀਂ ਜਾ ਕੇ ਕਿਸੇ ਨੂੰ ਪੁੱਛੋ ਨਾ, ਕੋਈ 10 ਕੁ ਬੰਦੇ ਜਿਹੜੇ ਅਸੀਂ ਇੱਕ ਕੀ ਕੰਮ ਕਰਦੇ ਆ ਭਾਈ, ਵੱਡੇ ਵੱਡੇ ਜਿਹੜੇ ਰਾਗੀ ਸਿੰਘ ਆ ਉਹਨਾਂ ਨੂੰ ਅਸੀਂ ਕਿਸੇ ਨੂੰ 31,000 ਦਿੱਤਾ, ਕਿਸੇ ਨੂੰ 52,000 ਦਿੱਤਾ, ਪ੍ਰੋਗਰਾਮਾਂ ਤੇ ਬੁਲਾਉਂਦੇ ਆ, ਪਰ ਸਾਡਾ ਜਿਹੜਾ ਨਗਰ ਦੇ ਵਿੱਚ ਪਾਠੀ ਸਿੰਘ ਆ, ਗ੍ਰੰਥੀ ਸਿੰਘ, ਉਹਦਾ ਬੱਚਾ ਹੀ ਨਹੀਂ ਪੜ੍ਹਦਾ। ਜੇ ਤੁਸੀਂ ਭੇਖ ਨੂੰ ਸਿੱਖੀ ਕਹਿੰਦੇ ਹੋ, ਭੇਖ ਦਿਖਾਵਾ ਜਗਤ ਕੋ ਲੋਗਨ ਕੋ ਬਸਕੀਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੋਇਆ ਨਾ, ਜੇ ਤੁਸੀਂ ਭੇਖ ਦਿਖਾ ਕੇ ਤੁਹਾਡੀ ਸਾਰੀ ਸੰਗਤ ਨੂੰ ਵਰਗ ਲਾ ਕੇ ਅੱਜ ਉਹਨਾਂ ਨੇ ਅੱਜ ਤੱਕ ਯੂਜ਼ ਕੀਤਾ ਤੇ ਅੱਜ ਆਪਣੇ ਤੋਂ ਪੱਲਾ ਝਾੜਿਆ, ਸਾਡੇ ਨਾਲ ਨਹੀਂ ਖੜ ਰਹੇ, ਫਿਰ ਇਹੋ ਜਿਹੇ ਬੰਦਿਆਂ ਤੋਂ ਆਪਾਂ ਕੀ ਕਰਾਉਣਾ ਭਾਜੀ? ਆਪਾਂ 2 ਜਣੇ ਅੱਜ ਮੋਰਚੇ ਤੇ ਖੜੇ ਆ ਨਾ, ਤੇ ਸਾਡੀ ਦੋਨਾਂ ਦੀ ਸੋਚ ਨਹੀਂ ਰਲਦੀ, ਪਰ ਇਹ ਸੋਚ ਦਾ ਬਹੁਤਾਤ ਦੁਖਾਂਤ ਸਾਡਾ ਇਹੀ ਹੈ ਭਾਜੀ ਕਿ ਸਾਡੀ ਸਿੱਖ ਪੰਥ ਦੀ ਕਿਸੇ ਨਾਲ ਨਾ ਤਾਂ ਸੋਚ ਰਲੇ, ਨਾ ਕਿਸੇ ਨਾਲ ਵਿਚਾਰ ਰਲੇ, ਨਾ ਅਸੀਂ ਇਕੱਠੇ ਹੋ ਕੇ ਚੱਲੀਏ। ਕਾਲਜ ਵਾਲੇ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਪ੍ਰਚਾਰ ਕੀਤਾ, ਉਸ ਹਿਸਾਬ ਨਾਲ ਤਾਂ ਭਾਜੀ ਫਿਰ ਮੈਨੂੰ ਲੱਗਦਾ ਵੀ ਜੇ ਅਸੀਂ 2% ਆ ਤੇ ਅਸੀਂ ਘੱਟੋ ਘੱਟ 80% ਤਾਂ ਹੋਣੇ ਚਾਹੀਦੇ ਸੀ। ਕਿ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਜੇ ਸਿੱਖ ਪ੍ਰਚਾਰ ਹੋਊਗਾ ਤਾਂ ਫਿਰ 2 ਤੋਂ 80% ਹੋ ਜਾਣਗੇ? ਕਿਉਂਕਿ ਤੁਹਾਡੀਆਂ ਗੱਲਾਂ ਬਾਈ ਧਰਮ ਦੇ ਅਕੋਰਡਿੰਗ ਹੈ, ਤੁਹਾਨੂੰ ਗੁਰਬਾਣੀ ਦੀਆਂ ਵੀ ਗੱਲਾਂ ਬਹੁਤ ਪਤਾ, ਇਤਿਹਾਸ ਬਾਰੇ ਵੀ ਤੁਸੀਂ ਬਹੁਤ ਕੁਝ ਦੱਸਦੇ ਹੋ, ਪਰ ਗੱਲ ਫਿਰ ਉਹੀ ਕਮੈਂਟਾਂ ਵਾਲੀ ਆਉਂਦੀ ਆ ਵੀ ਫਿਰ ਤੁਸੀਂ ਸਿੱਖ ਕਿਉਂ ਨਹੀਂ ਬਣੇ? ਅੱਜ ਕਿੰਨੇ ਸਿੰਘ ਖੜੇ ਆ, ਕਿਸੇ ਵੀ ਇੱਕ ਵੀਰ ਨੂੰ ਲੈ ਲਓ, ਚਾਹੇ ਦਾੜੀ ਵਾਲੇ ਨੂੰ ਲੈ ਲਓ, ਚਾਹੇ ਮੋਨੇ ਨੂੰ ਲੈ ਲਓ, 5 ਪਿਆਰਿਆਂ ਦੇ ਨਾਂ ਖੜ ਕੇ ਪੁੱਛੋ, ਕਿਸੇ ਨੂੰ ਨਹੀਂ ਪਤਾ ਹੋਣੇ ਕਿ ਤੁਸੀਂ ਕਿਸੇ ਦੇ ਦਿਮਾਗ 'ਚ ਪਾਈ ਸੀ ਤੇ ਉਹ ਸਿੱਖ ਕਿਤੇ ਹੈ। ਮਹਾਰਾਜ ਨੇ ਤਾਂ ਕਿਹਾ ਵੀ ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਇਹ ਮਹਾਰਾਜ ਜੀ ਕਹਿੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮੈਂ ਉਦਣ ਵੀ ਤੁਹਾਨੂੰ ਇਹ ਗੱਲ ਕਹੀ ਸੀ, ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨ ਪੱਗ, ਹਰ ਕੇ ਸੰਤ ਨਾ ਆਖੀਏ ਬਾਹ ਨਾ ਰਸ ਕੇ ਠੱਗ। ਕੀ ਫਾਇਦਾ ਭਾਜੀ ਉਹਨਾਂ ਠੱਗਾਂ ਦਾ, ਉਹਨਾਂ ਤੋਂ ਤੁਸੀਂ ਅੱਜ ਤੱਕ ਨਹੀਂ ਯਾਦ ਹੋ। ਮੈਂ ਬਸ਼ੱਕ ਦੀ ਦਾੜੀ ਵਾਲ ਨਹੀਂ ਰੱਖੇ, ਮੈਂ ਬਸ਼ੱਕ ਦੀ ਅੰਮ੍ਰਿਤ ਨਹੀਂ ਛਕਿਆ ਹੋਇਆ, ਮੈਂ ਦੇਖਣ ਨੂੰ ਸਿੱਖ ਨਹੀਂ ਲੱਗਦਾ ਹੋਣਾ, ਪਰ ਮੜੀਆਂ ਤੇ ਜਾ ਕੇ ਮੱਥਾ ਮੈਂ ਅੱਜ ਤੱਕ ਨਹੀਂ ਟੇਕਿਆ, ਮੰਦਰਾਂ ਦੇ ਵਿੱਚ ਜਾ ਕੇ ਘੜਿਆਲ ਅੱਜ ਤੱਕ ਨਹੀਂ ਮੈਂ ਵਜਾਏ, ਤੇ ਜਿਹੜੇ ਸਾਡੇ ਮੰਤਰੀ ਜਿਹੜੇ ਅਸੀਂ ਬਣਾਏ ਹੋਏ ਆ ਇਹ ਜਾ ਕੇ ਵਜਾਉਂਦੇ ਆ, ਤੁਹਾਨੂੰ ਵੀ ਪਤਾ ਹੈ। ਅੱਜ ਤੱਕ ਮੜੀਆਂ ਮਸਾਣਾਂ ਤੇ ਮੈਂ ਨਹੀਂ ਗਿਆ, ਜਿੱਥੋਂ ਗੁਰੂ ਨਾਨਕ ਸਾਹਿਬ ਨੇ ਰੋਕਿਆ, ਤਾਂ ਮੇਰਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਝੁਕਦਾ ਹੈ, ਗੁਰਦੁਆਰੇ ਤੋਂ ਇਲਾਵਾ ਅੱਜ ਤੱਕ ਮੈਂ ਕਿਸੇ ਅੱਗੇ ਮੱਥਾ ਨਹੀਂ ਟੇਕਿਆ ਹੋਣਾ ਜਾ ਕੇ। ਤੁਸੀਂ ਘਰੇ ਬੈਠੇ ਕਮੈਂਟ ਕਰਕੇ ਕਹਿੰਦੇ ਹੋ ਤੂੰ RSS ਦਾ ਬੰਦਾ, ਤੁਸੀਂ ਘਰੇ ਬਹਿ ਕੇ ਕਮੈਂਟ ਕਰਦੇ ਹੋ ਯਾਰ ਤੂੰ ਕਿੱਥੋਂ ਦਾ ਸਿੱਖ ਹੈ, ਮੈਂ ਕਹਿੰਦਾ ਯਾਰ ਤੁਸੀਂ ਕਿੱਥੋਂ ਦੇ ਸਿੱਖ ਹੋ? ਤੁਸੀਂ ਆਓ ਧਰਨੇ 'ਚ ਬਹਿ ਕੇ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ, ਮੇਰੇ ਨਾਲ ਇਤਿਹਾਸ ਦੀ ਗੱਲ ਕਰੋ, ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਂਦੇ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੀ ਗੱਲ ਕਰਾਂਗੇ। ਮੈਂ ਇੱਕ ਕਿਤਾਬ ਪੜ੍ਹੀ ਸੀ, ਉਹਦਾ ਨਾਮ ਭੁੱਲ ਗਿਆ ਮੈਂ, ਉਸ ਟਾਈਮ ਅਬਦਾਲੀ ਨੇ ਕਿਹਾ ਇਹ ਜੇ ਨਾ ਰੋਕੇ ਤੇ ਰਾਜ ਕਰਨਗੇ,
ਇਹ ਅਬਦਾਲੀ ਦੀ ਵਰਡਿੰਗ ਸੀ। ਫਿਰ ਉਹਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਤੁਹਾਨੂੰ ਸਾਰਿਆਂ ਨੂੰ ਪਤਾ, ਆਪਾਂ ਸਾਰ 'ਚ ਨਹੀਂ ਜਾਂਦੇ। ਉਹਨੇ ਅਬਦਾਲੀ ਨੇ ਫਿਰ ਬਾਅਦ 'ਚ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਵੀ ਇਹਨਾਂ ਦਾ ਮੇਨ ਜਿਹੜਾ ਹਮਲਾ ਸਾਡੇ ਤੇ 84 'ਚ ਵੀ ਤਾਂ ਹੀ ਹੋਇਆ। ਜੇ ਤੁਸੀਂ ਕਹਿੰਦੇ ਹੋ ਖਾਲਿਸਤਾਨ ਦੀ ਗੱਲ ਕਰਨੀ ਹੈ, ਖਾਲਿਸਤਾਨ ਦੀ ਗੱਲ ਕਰੇ ਨਾ ਹੋ ਜੂਗੀ, ਖਾਲਿਸਤਾਨ ਬਣ ਵੀ ਜਾਊਗਾ, ਪਰ ਖਾਲਿਸਤਾਨ ਦੀ ਜਿਹੜੀ ਨੀਂਹ ਰੱਖਣੀ ਹੈ ਜਾਂ ਜਿਹਨੂੰ ਚਲਾਉਣਾ ਪੜ੍ਹੇ ਲਿਖੇ ਬੰਦੇ ਹੀ ਚਲਾਉਣਗੇ ਭਾਜੀ। ਪਰ ਮੋਦੀ ਐਂਡ ਉਹ ਬ੍ਰਿਗੇਡ ਕੋਲ ਕਿਹੜੀ ਐਜੂਕੇਸ਼ਨ ਹੈ ਜੀ? ਭਾਜੀ ਮੋਦੀ ਕੋਲੇ ਐਜੂਕੇਸ਼ਨ ਨਹੀਂ ਗੀ, ਪਰ ਮੋਦੀ ਦੇ ਕੋਲੇ ਨਾ ਇੱਕ ਕਮਿਊਨਿਟੀ ਤਾਂ ਹੈ ਨਾ। ਫਿਰ ਜਿਹੜੇ ਵਕੀਲ ਪੜ੍ਹੇ ਲਿਖੇ ਆ ਜੀ, ਅਮਰ ਸਿੰਘ ਚਾਹਲ ਹੋਰੀ ਜਾਂ ਦਿਲਸ਼ੇਰ ਸਿੰਘ ਹੋਰੀ ਜਾਂ ਹੋਰ ਵੀ ਬਹੁਤ ਸਾਰੇ ਵਕੀਲ ਲਗਾਤਾਰ ਲੱਗੇ ਹੋਏ ਆ, ਉਹ ਵੀ ਛੁਡਵਾ ਨਹੀਂ ਪਾਏ ਜੀ। ਉਹ ਵੀ ਵਕਾਲਤ ਕੀਤੀ ਹੋਈ ਹੈ ਜੀ ਉਹਨਾਂ ਨੇ, ਪਰ ਉਹਨਾਂ ਦੀ ਵੀ ਸੁਣਵਾਈ ਨਹੀਂ ਹੋ ਰਹੀ ਪੜ੍ਹ ਕੇ ਵੀ ਜੀ। ਭਾਜੀ ਨਾ ਬਿੱਲੀ ਨੂੰ ਦੇਖ ਕੇ ਨਾ ਕਬੂਤਰ ਮੇਰੇ ਵਰਗਾ ਅੱਖਾਂ ਬੰਦ ਕਰ ਲੈਂਦਾ ਹੁੰਦਾ। ਜਿੱਥੇ ਗੁਰੂ ਗ੍ਰੰਥ ਸਾਹਿਬ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ, ਜਿੱਥੇ ਸਾਨੂੰ 10 ਗੁਰੂਆਂ ਬਾਰੇ ਪਤਾ ਹੋਣਾ ਚਾਹੀਦਾ, ਜਿੱਥੇ ਸਾਨੂੰ ਧਰਮ ਬਾਰੇ ਪਤਾ ਹੋਣਾ ਚਾਹੀਦਾ, ਉੱਥੇ ਸਾਡਾ ਐਡਾ ਕਵੀ ਦਿਮਾਗ ਜਾਂ ਐਜੂਕੇਸ਼ਨ ਹੋਣੀ ਚਾਹੀਦੀ, ਅਸੀਂ ਕਿਸੇ ਤੀਜੇ ਬੰਦੇ ਨਾਲ ਖੜ ਕੇ ਗੱਲ ਕਰ ਸਕੀਏ ਵੀ ਤੂੰ ਹੈ ਕੌਣ। ਬੇਨਤੀ ਹੈ ਮੇਰੀ ਵੀ ਸਿੱਖ ਧਰਮ ਘੋੜੇ ਤੇ ਖੋਤੇ ਦੀ ਪਛਾਣ ਕਰਨੀ ਸਿੱਖ ਲਓ। ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ। ਹਰ ਕੋਈ ਗੱਲ ਕਰ ਰਿਹਾ ਹੈ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਪਰ ਇਸ ਉੱਤੇ ਗੱਲ ਨਹੀਂ ਹੋ ਰਹੀ ਕਿ ਬੰਦੀ ਸਿੰਘ ਕਿਉਂ ਨੇ, ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਕਿਉਂ ਨੇ, ਕਮੀਆਂ ਕਿੱਥੇ ਰਹੀਆਂ ਨੇ, ਜਾਂ ਫਿਰ ਅਗਾਂਹ ਦੇ ਲਈ ਅਜਿਹਾ ਨਾ ਹੋ ਸਕੇ ਜਿਸ ਤਰ੍ਹਾਂ ਸਾਨੂੰ ਲੱਗਦਾ ਹੈ ਜਾਂ ਸਾਡਾ ਦਾਅਵਾ ਹੈ ਵੀ ਸਿੱਖਾਂ ਦੇ ਨਾਲ ਹਮੇਸ਼ਾ ਤੋਂ ਦੋਹਰੇ ਮਾਪਦੰਡ ਕਿਉਂ। ਤਾਂ ਉਹ ਚੀਜ਼ਾਂ ਦੇ ਉੱਤੇ ਗੱਲਬਾਤ ਕਰਨੀ ਹੈ। ਬਾਈ ਹਰਕੀਰਤ ਸਿੰਘ ਹੈ ਸਾਡੇ ਨਾਲ। ਬਾਈ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਵੇਖਦੇ ਹੋ, ਗੱਲ ਹੋ ਰਹੀ ਹੈ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਪਰ ਬੰਦੀ ਸਿੰਘ ਹੁਣ ਤੱਕ ਜੇਲ੍ਹਾਂ ਦੇ ਵਿੱਚ ਕਿਉਂ ਨੇ, ਇਸ ਉੱਤੇ ਗੱਲ ਨਹੀਂ ਹੋ ਰਹੀ, ਕਮੀਆਂ ਕਿੱਥੇ ਲੱਗਦੀਆਂ? ਕਮੀਆਂ ਭਾਜੀ ਦੇਖੋ, ਬੰਦੀ ਸਿੰਘ ਪਹਿਲੀ ਗੱਲ ਤਾਂ ਚਾਹੇ ਇਹ ਸਿੰਘ ਇਹਨਾਂ ਦੇ ਨਾਂ ਦੇ ਪਿੱਛੇ ਲੱਗਦਾ, ਚਾਹੇ ਇੱਥੇ ਕੋਈ ਹੋਰ ਇਨਸਾਨ ਹੁੰਦਾ ਹੈ ਨਾ, ਜੇ ਆਪਾਂ ਗੱਲ ਕਰੀਏ ਕਿਸੇ ਹੋਰ ਧਰਮ ਦਾ ਹੁੰਦਾ, ਜੇ ਉਹਦੇ ਤੇ ਵੀ ਜਾਤੀ ਹੁੰਦੀ ਨਾ, ਤੇ ਖਾਲਸਾ ਤਾਂ ਮੈਨੂੰ ਲੱਗਦਾ ਵੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਪਹਿਲਾਂ ਤੋਂ ਹੀ ਖੜਦਾ ਆਇਆ। ਤੇ ਇਹ ਜਗ੍ਹਾ ਤੇ ਕੋਈ ਹੋਰ ਇਨਸਾਨ ਵੀ ਇਹਨਾਂ ਦੀ ਜਗ੍ਹਾ ਤੇ ਹੁੰਦਾ ਤੇ ਉਹ ਵੀ ਛੁੱਟਣਾ ਚਾਹੀਦਾ ਸੀ। ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਜੇ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ। ਜੇ ਕਾਨੂੰਨ ਦੇ ਆਧਾਰ ਤੇ ਤਾਂ ਆਪਾਂ ਗੱਲ ਕਰੀਏ ਨਾ, ਇੱਕ ਕਾਨੂੰਨ ਦੇ ਆਧਾਰ ਤੇ ਆਪਾਂ ਕਿਸੇ ਨੂੰ ਪਰੋਲ ਵੀ ਦੇ ਸਕਦੇ ਆ, ਉਸੇ ਕਾਨੂੰਨ ਦੇ ਆਧਾਰ ਤੇ ਜੇ ਆਪਾਂ ਬਹਿ ਕੇ ਗੱਲ ਕਰੀਏ ਆਪਾਂ ਕਿਸੇ ਨੂੰ ਛੱਡ ਕਿਉਂ ਨਹੀਂ ਸਕਦੇ ਸਜ਼ਾ ਪੂਰੀ ਹੋਣ ਤੋਂ ਬਾਵਜੂਦ ਵੀ। ਤੇ ਜੇ ਉਹਨਾਂ ਦੀ ਸਜ਼ਾ ਪੂਰੀ ਨਹੀਂ ਹੋਈ, ਹਜੇ ਮੈਨੂੰ ਲੱਗਦਾ ਟ੍ਰਾਇਲ ਹੀ ਚੱਲ ਰਿਹਾ ਜਾਂ ਉਹਨਾਂ ਦੇ ਕੇਸ ਹਜੇ ਚੱਲ ਰਹੇ, ਤਾਂ ਸਾਨੂੰ ਦੱਸੇ ਕਿਉਂ ਨਹੀਂ ਜਾਂਦੇ। ਸਭ ਤੋਂ ਪਹਿਲੀ ਗੱਲ, ਆਪਾਂ ਇੱਥੇ ਸਾਰੇ ਜਣੇ ਇਕੱਠੇ ਹੋ ਕੇ ਆਉਂਦੇ ਆ, ਮੈਂ ਆਪਦੇ ਆਪ ਨੂੰ ਵਿੱਚ ਗਿਣਦਾ ਤੇ ਤੁਹਾਨੂੰ ਵੀ ਵਿੱਚ ਗਿਣਦਾ, ਸਾਰਿਆਂ ਨੂੰ। ਆਪਾਂ ਇੱਥੇ ਆ ਕੇ ਗੱਲ ਕਰਦੇ ਵੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ। ਸਭ ਤੋਂ ਪਹਿਲੀ ਗੱਲ ਭਾਜੀ, ਸਿੰਘ ਹੈ ਕਿੰਨੇ ਆ ਤੇ ਉਹ ਅੰਦਰ ਕਿਉਂ ਬੈਠੇ ਆ, ਕਿਹੜੇ ਦੋਸ਼ ਦੇ ਆਧਾਰ ਤੇ ਬੈਠੇ ਆ, ਕਿਹੜੇ ਜ਼ੁਰਮ ਕੀਤੇ ਉਹਨਾਂ ਨੇ, ਤੇ ਕਦੋਂ ਬੈਠੇ ਆ ਤੇ ਕਿੰਨੇ ਆ। ਜੇ ਮੈਨੂੰ ਤੁਸੀਂ ਪੁੱਛੋ ਤਾਂ ਮੈਨੂੰ ਲੱਗਦਾ ਕਿ ਮੈਂ ਆਪਦੀ ਸੱਚਾਈ ਦੀ ਗੱਲ ਕਰਾਂ ਵੀ 2 ਜਣਿਆਂ ਤੋਂ ਇਲਾਵਾ ਕਿਸੇ ਦਾ ਨਾਂ ਹੀ ਨਹੀਂ ਪਤਾ ਹੋਣਾ। ਪਹਿਲਾ ਜਗਤਾਰ ਸਿੰਘ ਜੀ ਹਵਾਰਾ, ਦੂਜੇ ਭਿਉਰਾ ਸਾਹਿਬ ਤੇ ਤੀਜੇ ਤਾਰਾ ਸਾਹਿਬ। ਇਹ 2-4 ਬੰਦਿਆਂ ਦੇ ਮੈਨੂੰ ਨਾਂ ਪਤਾ। ਇਹ ਨਹੀਂ ਪਤਾ ਵੀ ਕਦੋਂ ਅੰਦਰ ਹੋਏ ਆ ਤੇ ਕਿਹਦੇ ਵਾਸਤੇ ਅੰਦਰ ਹੋਏ ਆ। ਜਦੋਂ ਇਹ ਸਾਨੂੰ ਪਤਾ ਲੱਗੂਗਾ ਜਾਂ ਸਾਨੂੰ ਸਮਝਾਇਆ ਜਾਊਗਾ ਨਾ ਵੀ ਇਹ ਸਾਡੇ ਵਾਸਤੇ ਹੀ ਅੰਦਰ ਹੋਏ ਆ, ਸਾਡੇ ਵਜੂਦ ਵਾਸਤੇ, ਸਾਡੇ ਪੰਜਾਬੀ ਜਦੋਂ ਖਤਰੇ 'ਚ ਅਸੀਂ ਸੀਗੇ, ਸਾਡੇ ਇੱਜ਼ਤਾਂ ਬਚਾਉਣ ਵਾਸਤੇ ਇਹ ਅੰਦਰ ਹੋਏ ਆ, ਤਾਂ ਸ਼ਾਇਦ ਮੈਨੂੰ ਲੱਗਦਾ ਕਿ ਉਦੋਂ ਹਰੇਕ ਨੌਜਵਾਨ ਬਜ਼ੁਰਗ ਹਰੇਕ ਹੀ ਹੁੰਗਾਰਾ ਭਰੂਗਾ। ਪਰ ਨਹੀਂ, ਸਾਨੂੰ ਉਲਝਾ ਦਿੱਤਾ ਗਿਆ ਭਾਜੀ ਹੋਰ ਰਜੇਵਿਆਂ ਦੇ ਵਿੱਚ। ਸਾਨੂੰ ਸਿੱਖ ਪੰਥ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਇਹ ਦੇਖ ਲਓ ਵੀ 90% ਆਜ਼ਾਦੀ, ਆਪਾਂ ਜੇ ਪਿੱਛੇ ਨਾ ਜਾਈਏ 47 ਦੀ ਗੱਲ ਕਰੀਏ, ਪੰਜਾਬ ਨੂੰ ਆਜ਼ਾਦ ਕਰਾਉਣ ਦੇ ਵਿੱਚ 90% ਸਾਡੀਆਂ ਸ਼ਹੀਦੀਆਂ ਹੋਈਆਂ। ਉਸ ਹਿਸਾਬ ਦੇ ਨਾਲ ਜੋ ਰੁਤਬਾ ਸਾਨੂੰ ਮਿਲਣਾ ਚਾਹੀਦਾ ਸੀ, ਉਹ ਰੁਤਬਾ ਸਾਨੂੰ ਨਹੀਂ ਮਿਲਿਆ। ਇਹ ਸਾਡੀ ਆਪਦੀ ਬਹੁਤ ਵੱਡੀ ਗਲਤੀ ਹੈ ਕਿ ਅਸੀਂ ਲੋਕਾਂ ਤੇ ਯਕੀਨ ਕੀਤਾ, ਸਾਡੇ ਬਜ਼ੁਰਗਾਂ ਨੇ ਉਸ ਟਾਈਮ, ਕਿ ਹਾਂ ਤੁਹਾਨੂੰ ਅਸੀਂ ਸਾਰਾ ਹੱਕ ਦੇਵਾਂਗੇ, ਤੁਹਾਨੂੰ ਅਸੀਂ ਪੰਜਾਬੀ ਸੂਬਾ ਦੇਵਾਂਗੇ। ਉਹ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ, ਉਸ ਤੋਂ ਬਾਅਦ ਗ੍ਰਹਿ ਮੰਤਰੀ ਵਰਤ ਕੇ ਛੱਡਤਾ ਕਿ ਹਾਂ ਹੁਣ ਠੀਕ ਹੈ, ਸਾਰਾ ਕੁਝ ਸਟੇਬਲ ਹੈ, ਛੱਡ ਦਿਓ। ਹੁਣ ਗੱਲ ਇਹ ਹੈ ਭਾਜੀ ਕਿ ਜਦੋਂ ਗੱਲ ਇਹ ਉੱਠੂਗੀ ਕਿ ਹਾਂ ਅੰਦਰ ਕੌਣ ਬੈਠਾ ਹੈ ਤੇ ਉਹਨੂੰ ਹਰੇਕ ਛਡਾਣ ਜਾਊਗਾ। ਜੇ ਸਾਨੂੰ ਇਹ ਗੱਲ ਹੀ ਨਾ ਪਤਾ ਲੱਗੂਗੀ ਕੌਣ ਬੈਠਾ, ਫਿਰ ਭਾਜੀ ਕਿਸੇ ਨੇ ਨਹੀਂ ਆਉਣਾ। ਤੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਤਾਂ ਹੈ ਜੇ ਅੱਜ ਅਸੀਂ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਵਾਸਤੇ ਨਹੀਂ ਖੜ ਸਕਦੇ, ਫਿਰ ਸਾਨੂੰ ਕਹਿਣਾ ਨਹੀਂ ਚਾਹੀਦਾ ਕਿ ਅਸੀਂ ਖਾਲਸ ਹਾਂ ਜਾਂ ਅਸੀਂ ਖਾਲਸੇ ਹਾਂ ਜਾਂ ਅਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ, ਕਿਉਂਕਿ ਸਾਡੇ ਗੁਰੂ ਤਾਂ ਸ਼ੁਰੂ ਤੋਂ ਹੀ ਮੈਂ ਕਹਿੰਦਾ ਵੀ ਬੰਦੂ ਗਰੀਬਾਂ ਨਾਲ ਮਜ਼ਲੂਮਾਂ ਨਾਲ ਖੜਦੇ ਆਏ ਆ। ਸੋ ਇਹ ਗੱਲ ਹੈ ਕਿ ਇੱਥੇ ਆਉਣਾ। ਪਰ ਇੱਕ ਗੱਲ ਹੋਰ ਆਪਾਂ ਗੱਲ ਕਰੀਏ ਭਾਜੀ, ਜੇ ਵਜੂਦ ਦੀ ਗੱਲ ਕਰੀਏ ਜਾਂ ਰਜ਼ੇਵਿਆਂ ਦੀ ਗੱਲ ਕਰੀਏ, ਮੈਨੂੰ ਤੁਸੀਂ ਇੱਕ ਗੱਲ ਦੱਸੋ। ਆਪਾਂ ਹਮੇਸ਼ਾ ਇੱਕ ਗੱਲ ਕਰਦੇ ਹੁੰਦੇ ਆ, ਅਰਦਾਸ ਆਪਾਂ ਰੋਜ਼ ਕਰਦੇ ਹਾਂ ਮਹਾਰਾਜ ਦੇ ਅੱਗੇ, ਹਰੇਕ ਗੁਰਦੁਆਰੇ ਦੇ ਵਿੱਚ ਅਰਦਾਸ ਹੁੰਦੀ ਹੈ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਰਾਜ ਖਾਲਸਾ ਕਰੇਗਾ। ਇਹ ਆਪਾਂ ਹਮੇਸ਼ਾ ਗੱਲ ਕਰਦੇ ਹਾਂ, ਹਮੇਸ਼ਾ ਅਰਦਾਸ ਵੀ ਕਰਦੇ ਹਾਂ। ਚਲੋ ਮਹਾਰਾਜ ਕਿਰਪਾ ਕਰਨ, ਰਾਜ ਖਾਲਸੇ ਦਾ ਸੀਗਾ, ਆਉਣਾ ਵੀ ਚਾਹੀਦਾ। ਤੇ ਜੇ ਦੁਬਾਰਾ ਰਾਜ ਖਾਲਸੇ ਦਾ ਆਉਂਦਾ, ਪਰ ਮੈਨੂੰ ਇੱਕ ਗੱਲ ਦੱਸੋ, ਆਪਾਂ ਰਾਜ ਖਾਲਸੇ ਨੂੰ ਕਰਾਵਾਂਗੇ ਕਿੱਥੇ?
ਰਾਜ ਤਾਂ ਤੁਸੀਂ ਗੱਲ ਚੁਭੂਗੀ, ਸੁਣਨ ਵਾਲਿਆਂ ਨੂੰ ਵੀ ਚੁਭੂਗੀ ਕਿ ਰਾਜ ਆਪਾਂ ਕਰਾਉਣਾ ਕਿੱਥੇ ਆ ਖਾਲਸੇ ਨੂੰ? ਖਾਲਸਾ ਰਾਜ ਕਰੂਗਾ ਕਿੱਥੇ ਯਾਰ? ਸਾਡੇ ਪੰਜਾਬੀਆਂ ਦੇ ਬੱਚੇ, ਸਾਡੀ ਪੰਜਾਬੀਆਂ ਦੀ ਕਮਿਊਨਿਟੀ, ਸਾਡਾ ਅੱਧਾ ਪੰਜਾਬ ਤਾਂ ਬਾਹਰ ਚਲਿਆ ਗਿਆ। ਆਉਣ ਵਾਲੇ 2-3 ਸਾਲਾਂ ਦੇ ਵਿੱਚ ਸਾਰਾ ਪੰਜਾਬ ਬਾਹਰ ਚਲੇ ਜਾਣਾ, ਪਰ ਰਾਜ ਕਰਾਂਗੇ ਕਿੱਥੇ? ਆਪਾਂ ਰਾਜ ਕਰਾਂਗੇ ਕਿਹੜੇ ਨਾਲੇ ਕਿਹੜੇ ਬੇਸ ਤੇ? ਕੀ ਆਪਾਂ ਰਾਜ ਇਸ ਬੇਸ ਤੇ ਕਰ ਲਾਂਗੇ ਕਿ ਆਪਾਂ ਰੋਜ਼ ਅਰਦਾਸ ਕਰਦੇ? ਭਾਜੀ ਮੇਰੇ ਸਾਹਮਣੇ ਇੱਕ ਰੋਟੀ ਪਈ ਹੈ, ਉਹ ਮੈਂ ਅਰਦਾਸ ਕਰੀ ਜਾਵਾਂ ਮਰ ਜਾ, ਮੇਰੇ ਮਹਾਰਾਜ ਜੀ ਮੇਰੇ ਮੂੰਹ 'ਚ ਪੈ ਜਾਏ, ਉਹ ਮੈਂ ਮੂੰਹ 'ਚ ਨਹੀਂ ਪੈਣੀ ਭਾਜੀ, ਉਹ ਚੱਕ ਕੇ ਮੈਨੂੰ ਖਾਣੀ ਪੈਣੀ ਹੈ। ਹੁਣ ਰਾਜ ਕਰੇਗਾ ਖਾਲਸਾ, ਖਾਲਸੇ ਦਾ ਰਾਜ ਬਹੁਤ ਜ਼ਰੂਰੀ ਹੈ। ਅਸੀਂ ਖਿਲਾਫ ਨਹੀਂਗੇ, ਅਸੀਂ ਹੱਕ 'ਚ ਹੈ, ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਰਾਜ ਇਸ ਹਿਸਾਬ ਨਾਲ ਖਾਲਸਾ ਨਹੀਂ ਕਰ ਸਕਦਾ। ਉਹਦੇ ਵਾਸਤੇ ਸਾਨੂੰ ਵਿਉਂਤਬੰਦੀਆਂ ਕਰਨੀਆਂ ਪੈਣੀਆਂ, ਸਾਨੂੰ ਆਪਦਾ ਆਪ ਸੁਧਾਰਨਾ ਪੈਣਾ। ਸਾਡੇ ਬੱਚੇ, ਮੈਨੂੰ ਇਹ ਗੱਲ ਦੱਸੋ, +2 ਪੜ੍ਹ ਕੇ ਬਾਹਰ ਜਾ ਰਹੇ ਆ, ਕੈਨੇਡਾ ਚਲੇ ਗਏ, ਅਸੀਂ ਖਾਲਸੇ ਦਾ ਰਾਜ ਕਿੱਥੇ ਕਰਾਵਾਂਗੇ? ਕੈਨੇਡਾ ਅਮਰੀਕਾ 'ਚ ਕਰਾਵਾਂਗੇ, ਇੰਗਲੈਂਡ 'ਚ ਕਰਾਵਾਂਗੇ। ਉਹ ਕਹਿੰਦੇ ਜੀ ਜਦੋਂ ਖਾਲਸੇ ਦਾ ਰਾਜ ਹੋ ਗਿਆ ਉਦੋਂ ਵਾਪਸ ਆ ਜਾਣਗੇ। ਤੇ ਖਾਲਸੇ ਦਾ ਰਾਜ ਕੌਣ ਭਈਏ ਕਰਾਉਣਗੇ ਭਾਜੀ? ਖਾਲਸੇ ਦਾ ਰਾਜ ਕੌਣ ਕਰਾਊਗਾ? ਤੁਸੀਂ ਕਰਾਉਂਗੇ, ਮੈਂ ਕਰਾਉਂਗੇ, ਆਪਾਂ 2 ਜਣੇ ਤਾਂ ਕਰਾ ਨਹੀਂ ਸਕਦੇ, ਜਾਂ ਕੋਈ 10 ਬੰਦੇ ਜਿਹੜੇ ਧਰਨੇ 'ਤੇ ਬੈਠੇ ਉਹ ਤਾਂ ਕਰਾ ਨਹੀਂ ਸਕਦੇ। ਸਾਰਿਆਂ ਨੂੰ ਇਕੱਠੇ ਹੋ ਕੇ ਰਾਜ ਖਾਲਸੇ ਦਾ ਕਰਾਉਣਾ ਪੈਣਾ। ਰਾਜ ਕਰੇਗਾ ਖਾਲਸਾ, ਗੱਲ ਤੁਹਾਡੀ ਬਹੁਤ ਵਾਜਿਬ ਵੀ ਹੈ, ਆਪਾਂ ਕਰਦੇ ਵੀ ਹਾਂ, ਪਰ ਮੈਨੂੰ ਗੱਲ ਦੱਸੋ, ਤੁਸੀਂ ਜਦੋਂ ਤੱਕ ਆਪਦੀ ਨੀਂਹ ਪੱਥਰ ਪੱਕੀ ਕਰਨ ਦੀ ਗੱਲ ਨਹੀਂ ਕਰੋਗੇ, ਤੁਸੀਂ ਆਪਦੀ ਨੀਂਹ ਪੱਕੀ ਨਹੀਂ ਕਰੋਗੇ, ਉਦੋਂ ਤੱਕ ਤੁਸੀਂ ਕਿੱਥੇ ਇੱਕ ਮਹਿਲ ਖੜਾ ਕਰ ਲਓਗੇ? ਇੱਕ ਮਹਿਲ ਕਿੱਥੋਂ ਖੜਾ ਕਰ ਲਾਂਗੇ ਆਪਾਂ? ਅੱਜ ਤੱਕ ਸਾਨੂੰ ਥਾਲੀ 'ਚ ਪਰੋਸ ਕੇ ਤਾਂ ਕਿਸੇ ਨੇ ਕੁਝ ਨਹੀਂ ਦਿੱਤਾ, ਅਸੀਂ ਤਾਂ ਮੰਗ ਕੇ ਤੇ ਅੜ ਕੇ ਹੱਕ ਲਏ ਆ, ਹਮੇਸ਼ਾ ਹੱਕ ਲਏ ਆ। ਜੇ ਅਸੀਂ ਰਾਜ ਵੀ ਲੈਣਾ ਖਾਲਸੇ ਦਾ ਤਾਂ ਅੜ ਕੇ ਲੈਣਾ ਪੈਣਾ ਨਾ ਭਾਜੀ, ਉਹਦੇ ਵਾਸਤੇ ਸਾਨੂੰ ਕੁਝ ਕਰਨਾ ਵੀ ਪੈਣਾ। ਉਹਦੇ ਵਾਸਤੇ ਸਾਨੂੰ ਕੁਝ ਕਰਨਾ ਕੁਝ ਕੀ ਕਰਨਾ ਪੈਣਾ? ਉਹਦੇ ਵਾਸਤੇ ਭਾਈ ਤੁਹਾਨੂੰ ਮੈਂ ਦੱਸਦਾ, ਮੈਨੂੰ ਇੱਕ ਗੱਲ ਦੱਸੋ, ਮੈਂ ਹਮੇਸ਼ਾ ਇੱਕ ਗੱਲ ਕਰਦਾ, ਮੈਂ ਜਿਹੜੀ ਚੀਜ਼ ਤੋਂ ਵਾਂਝਾ ਰਹਿ ਗਿਆ, ਮੈਂ ਨਹੀਂ ਚਾਹੁੰਦਾ ਵੀ ਉਹ ਯੂਥ, ਨੌਜਵਾਨੀ ਉਸ ਚੀਜ਼ ਤੋਂ ਵਾਂਝੀ ਰਵੇ। ਅਸੀਂ ਅੱਜ ਐਜੂਕੇਸ਼ਨ ਤੋਂ ਵਾਂਝੇ ਰਹਿ ਗਏ, ਸਾਡੇ ਘਰ ਦੀਆਂ ਮਜਬੂਰੀਆਂ ਵੀ ਸੀਗੀਆਂ, ਸਾਡੇ ਘਰ ਦੇ ਵਿੱਚ ਕੋਈ ਚਲੋ 100 ਮਜਬੂਰੀ ਹੁੰਦੀ ਆ, ਹੈ ਨਾ। ਇੱਕ ਐਜੂਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਨਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦੀ ਜ਼ਰੂਰਤ ਹੈ, ਸਿੱਖ ਧਰਮ ਨੂੰ ਜਾਣਨ ਦੀ ਜ਼ਰੂਰਤ ਹੈ, ਉੱਥੇ ਕਿਤੇ ਨਾ ਕਿਤੇ ਸਾਨੂੰ ਦੁਨਿਆਵੀ ਪੜ੍ਹਾਈ ਕਰਨ ਦੀ ਵੀ ਜ਼ਰੂਰਤ ਹੈ। ਕਿ ਸਾਨੂੰ ਦੁਨਿਆਵੀ ਪੜ੍ਹਾਈ ਦੇ ਨਾਲ ਨਹੀਂ ਜੁੜਨਾ ਚਾਹੀਦਾ? ਇਹ ਤੁਸੀਂ ਮੈਨੂੰ ਦੱਸੋ ਕਿ ਦੁਨਿਆਵੀ ਪੜ੍ਹਾਈ ਜ਼ਰੂਰੀ ਹੈ ਕਿ ਨਹੀਂ ਹੈ? ਬਿਲਕੁਲ, ਟੇਬਲ ਟਾਕ ਲਈ ਤਾਂ ਜ਼ਰੂਰੀ ਹੋਵੇ। ਬਿਲਕੁਲ ਭਾਜੀ, ਅੱਜ ਜੇ ਕਿਸੇ ਉਹਨਾਂ ਦੇ 4 ਬੰਦਿਆਂ ਨਾਲ ਬਹਿ ਕੇ ਗੱਲ ਕਰਨੀ ਹੋਵੇ ਕਾਨੂੰਨ ਦੇ ਆਧਾਰ ਤੇ, ਜੇ ਮੈਨੂੰ ਲਾਅ ਦੇ ਬਾਰੇ ਪਤਾ ਹੋਊਗਾ ਤਾਂ ਮੈਂ ਲਾਅ ਦੀ ਗੱਲ ਵੀ ਕਰੂੰਗਾ, ਜੇ ਮੈਨੂੰ ਦੁਨੀਆਦਾਰੀ ਬਾਰੇ ਪਤਾ ਹੋਊਗਾ ਤਾਂ ਮੈਂ ਦੁਨੀਆਦਾਰੀ ਦੀ ਗੱਲ ਵੀ ਕਰੂੰਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਾ ਕੁਝ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਸੇਧ ਜ਼ਰੂਰੀ ਹੈ, ਉੱਥੇ ਸਾਨੂੰ ਦੁਨਿਆਵੀ ਪੜ੍ਹਾਈ ਵੀ ਜ਼ਰੂਰੀ ਹੈ। ਉੱਥੇ ਸਾਨੂੰ ਦੁਨਿਆਵੀ ਪੜ੍ਹਾਈ ਵੀ ਜ਼ਰੂਰੀ ਹੈ। ਹੁਣ ਆਪਣੇ ਕੱਲ ਇੱਕ ਸਿੰਘ ਰਿਹਾ ਹੋਏ, ਆਪਣੇ ਉਹਨਾਂ ਦਾ ਨਾਮ ਮੈਨੂੰ ਵਿਸਰ ਗਿਆ, ਦੀਪ ਸਿੰਘ ਖੈੜਾ ਸਾਹਿਬ। ਹਾਂਜੀ, ਖੈੜਾ ਸਾਹਿਬ ਪਰੂਲ ਤੇ ਆਏ ਆ। ਉਹਨਾਂ ਦੀ ਇੱਕ ਗੱਲ ਮੈਂ ਵਧਾਉਣਾ ਚਾਹੁੰਦਾ, ਉਹਨਾਂ ਨੇ ਗੱਲ ਬਹੁਤ ਵਧੀਆ ਕੀਤੀ ਤੇ ਮੈਨੂੰ ਚੰਗੀ ਵੀ ਬਹੁਤ ਲੱਗੀ। ਉਹ ਕਹਿੰਦੇ ਵੀ ਨੌਜਵਾਨੋ, 47 ਤੋਂ ਲੈ ਕੇ ਅੱਜ ਤੱਕ ਆਪਾਂ ਸ਼ਹੀਦੀਆਂ ਦਿੰਦੇ ਆਏ ਆ, 47 ਤੋਂ ਅੱਜ ਤੱਕ ਆਪਾਂ ਹਮੇਸ਼ਾ ਜੇਲ੍ਹਾਂ ਹੀ ਭਰਦੇ ਆਏ ਆ, ਪਰ ਅੱਜ ਸਮਾਂ ਜਿਹੜਾ ਐਜੂਕੇਸ਼ਨ ਦਾ, ਅੱਜ ਜਿਹੜਾ ਸਮਾਂ ਤੁਸੀਂ ਪੜ੍ਹੋ ਲਿਖੋ, ਹਾਈ ਲੈਵਲ ਤੇ ਗੱਲ ਕਰੋ। ਹੁਣ ਸਾਡੇ ਕਿੱਥੋਂ ਦੇ ਇੰਜੀਨੀਅਰ ਸੀਗੇ, ਆਪਣੇ ਸਿੰਘ ਹੈ, ਉਹ ਅੰਦਰ ਸੀਗੇ, ਹੁਣ ਤੇ ਆਏ 2 ਮਹੀਨੇ ਦੀ। ਇੰਜੀਨੀਅਰ ਜਸਵੰਤ ਸਿੰਘ? ਹਾਂ, ਆਪਣੇ ਨਾਂ ਨਹੀਂ ਮੈਨੂੰ, ਗੁਰਮੀਤ ਸਿੰਘ ਪਤਾ ਨਹੀਂ, ਜਸਵੰਤ ਸਿੰਘ ਇਦਾਂ ਕਰਕੇ ਨਾਂ ਮੈਂ ਤੁਹਾਨੂੰ ਦੱਸੂਗਾ। ਉਹ ਚੰਡੀਗੜ੍ਹ ਦੇ ਨੇ, ਇੰਜੀਨੀਅਰ ਗੁਰਮੀਤ ਸਿੰਘ। ਹਾਂਜੀ, ਤੇ ਉਹ ਇੱਥੋਂ ਚੰਡੀਗੜ੍ਹ ਦੇ ਨੇ। ਉਹਨਾਂ ਨੇ ਆਪਦਾ ਦਰਦ ਸਾਂਝਾ ਕੀਤਾ ਵੀ ਮੈਂ ਉਸ ਟਾਈਮ ਦੇ ਵਿੱਚ ਇੰਜੀਨੀਅਰ ਬਣਿਆ ਸੀ, ਮੈਂ ਅੰਦਰ ਗਿਆ, ਸਿੱਖ ਕੌਮ ਦੇ ਵਾਸਤੇ ਅੰਦਰ ਗਿਆ, ਪਰ ਜਦੋਂ ਮੈਂ ਬਾਹਰ ਆਇਆ ਤੇ 2 ਮਹੀਨੇ ਆ ਕੇ ਪੈਰੋਲ ਤੇ ਮੈਂ ਆਟੋ ਚਲਾਇਆ ਮੇਰੀ ਮਾਤਾ ਦੀ ਦਵਾਈ ਦੇਣ ਵਾਸਤੇ, ਵੀ ਮੇਰੀ ਮਾਤਾ ਦੀ ਦਵਾਈ ਪੂਰੀ ਕਰਦਿਆਂ ਮੈਂ ਆਟੋ ਚਲਾ ਕੇ। ਸਿੱਖ ਧਰਮ ਦੇ ਨਾਂ ਤੇ ਬਹੁਤ ਫੰਡ ਵੀ ਇਕੱਠਾ ਹੋਇਆ ਉਸ ਟਾਈਮ ਦੇ ਨਾਂ ਤੇ, ਬੰਦੀਆਂ ਦੇ ਨਾਂ ਤੇ ਜਾਂ ਸਿੰਘਾਂ ਦੇ ਨਾਂ ਤੇ ਬਹੁਤ ਪੈਸਾ ਇਕੱਠਾ ਹੋਇਆ। ਕਿੱਥੇ ਗਿਆ? ਸ਼੍ਰੋਮਣੀ ਕਮੇਟੀ ਕੋਲੇ ਅੱਜ ਸਿਰਮੌਰ ਸੰਸਥਾ ਸਾਡੀ, ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ, ਪਰ ਪਤਾ ਸਾਰਿਆਂ ਨੂੰ ਹੀ ਹੈ ਸਾਡੀ ਸਿਰਮੌਰ ਸੰਸਥਾ ਹੈ। ਸਾਡੀ ਸਿਰਮੌਰ ਸੰਸਥਾ ਕੋਲੇ ਕੀ ਯਾਰ ਭਾਜੀ ਕੋਈ ਪੈਸਾ ਨਹੀਂ ਹੈਗਾ? 32 ਲੱਖ ਮਰਲੇ ਇਹਨਾਂ ਕੋਲੇ ਜਗ੍ਹਾ ਹੈ। ਇੱਕ ਮਿਸ਼ਨਰੀ ਕਾਲਜ ਚਲਾਇਆ ਜਾਂਦਾ ਹੈ, ਇਹ ਇਹਨਾਂ ਵੱਲੋਂ, ਸ਼੍ਰੋਮਣੀ ਕਮੇਟੀ ਵੱਲੋਂ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਕਰਾਈ ਜਾਂਦੀ ਹੈ, ਸੰਥਿਆ ਕਰਾਈ ਜਾਂਦੀ ਹੈ, ਪ੍ਰਚਾਰਕ ਬਣਾਈ ਜਾਂਦੇ ਆ, ਢਾਡੀ ਬਣਾਏ ਜਾਂਦੇ ਆ, ਰਾਗੀ ਬਣਾਏ ਜਾਂਦੇ ਆ। ਉਹ ਰਾਗੀ ਬਣ ਵੀ ਜਾਂਦੇ ਆ, ਪਾਠੀ ਬਣ ਵੀ ਜਾਂਦੇ ਆ, ਪਰ ਉਹਨਾਂ ਦੇ ਨਾਲ ਨਾਲ ਕੀ ਦੁਨਿਆਵੀ ਇੰਜੀਨੀਅਰ, ਦੁਨਿਆਵੀ ਵਕੀਲ, ਦੁਨਿਆਵੀ ਜੱਜ, IPS IAS ਇਹ ਜ਼ਰੂਰੀ ਨਹੀਂ ਭਾਜੀ? ਆਪਾਂ ਹੁਣ ਜੇ ਸਾਰੇ ਸਿੱਖ ਧਰਮ ਦੇ ਵਿੱਚ ਹੀ ਸਾਰੇ ਪਾਠੀ ਬਣਾ ਦਾਂਗੇ, ਸਾਰੇ ਰਾਗੀ ਬਣਾ ਦਾਂਗੇ, ਸਾਰੇ। ਸ਼੍ਰੋਮਣੀ ਕਮੇਟੀ ਇਹ ਵੀ ਕਹੂਗੀ ਜੀ ਵੀ ਸਾਡੇ ਕਾਲਜ ਵੀ ਚੱਲਦੇ ਆ, ਸਾਡੇ ਸਕੂਲ ਵੀ ਚੱਲਦੇ ਨੇ ਜੀ। ਭਾਜੀ ਜਿਹੜੇ ਕਾਲਜ ਸ਼੍ਰੋਮਣੀ ਕਮੇਟੀ ਦੇ ਚੱਲਦੇ ਆ, ਸਿੱਖ ਮਿਸ਼ਨਰੀ ਕਾਲਜ ਨੂੰ ਛੱਡ ਕੇ, ਮੈਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਦਾ, ਮੈਂ ਸੰਗਤ ਦੇ ਵਿੱਚ ਮਾਫੀ ਮੰਗੂੰਗਾ, ਸ਼੍ਰੋਮਣੀ ਕਮੇਟੀ ਮੈਨੂੰ ਇਹੋ ਜਿਹੇ 20 ਬੰਦੇ ਦਿਖਾ ਦੇਵੇ ਜਿਹੜੇ ਪੜ੍ਹਾ ਕੇ IPS IAS IAS ਅਫਸਰ ਲਵਾਏ ਹੋਣ, PCS ਅਫਸਰ ਲਵਾਏ ਹੋਣ। ਮੈਂ ਸਾਰੀ ਸੰਗਤ ਦੇ ਸਾਹਮਣੇ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਮਾਫੀ ਮੰਗੂੰਗਾ। ਮੇਰਾ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ, ਮੈਂ ਸ਼੍ਰੋਮਣੀ ਕਮੇਟੀ ਤੋਂ ਮਾਫੀ ਮੰਗੂੰਗਾ। ਸ਼੍ਰੋਮਣੀ ਕਮੇਟੀ ਆਪਦੇ ਕਾਲਜਾਂ ਦੇ ਵਿੱਚੋਂ ਬਣਾਏ ਹੋਏ ਵੱਡੇ ਰੁਤਬੇ ਦੇ ਮੈਨੂੰ ਸਿੰਘ ਦਿਖਾ ਦੇਣ, ਆਪਣੇ ਪੰਜਾਬੀਆਂ ਦੇ ਸਿੰਘ ਦਿਖਾ ਦੇਣ, ਵੀ ਜਿਹੜੇ ਅਸੀਂ ਉਹ ਕਹਿ ਦੇਣ ਵੀ ਅਸੀਂ ਪੜ੍ਹਾਏ ਆ, ਅਸੀਂ ਲਿਖਾਏ ਆ। ਬਹੁਤ ਸੰਸਥਾਵਾਂ ਚੱਲਦੀਆਂ ਭਾਜੀ। ਮਤਲਬ ਫਿਰ ਉਹ ਵੀ ਸਹੀ ਉਹ ਕਹਿੰਦੇ ਆ ਆਪਣੀ ਜਗ੍ਹਾ ਵੀ ਅਸੀਂ ਕਾਲਜ ਚਲਾਉਂਦੇ ਆ, ਉਹ ਬੱਚੇ ਨਹੀਂ ਪੜ੍ਹਾਉਂਦੇ, ਕਾਲਜ ਚਲਾਉਂਦੇ ਆ, ਕਾਲਜ ਚੱਲਦੇ ਆ ਉਹਨਾਂ ਦੇ। ਦੇਖੋ ਭਾਜੀ, ਕਾਲਜ ਚੱਲਦੇ ਆ। ਦੇਖੋ ਮੈਂ ਬਹੁਤਾ ਨਹੀਂ ਮੈਨੂੰ ਪਤਾ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ, ਸਿੱਖ ਮਿਸ਼ਨਰੀ ਕਾਲਜ ਦੇ ਨਾਂ ਤੋਂ ਕਾਲਜ ਚੱਲਦੇ ਆ, ਜਿਹਦੇ ਵਿੱਚ ਦੁਨਿਆਵੀ ਪੜ੍ਹਾਈ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਕਰਾਈ ਜਾਂਦੀ ਹੈ, ਸੰਸਥਾ ਕਰਾਈ ਜਾਂਦੀ ਹੈ, ਰਾਗੀ ਪਾਠੀ ਬਣਾਏ ਜਾਂਦੇ ਆ। ਪਰ ਰਾਗੀ ਪਾਠੀ ਬਣਨ ਤੋਂ ਬਾਅਦ ਉਹਨਾਂ ਦੀ ਆਪਾਂ ਸਾਰ ਵੀ ਨਹੀਂ ਲੈਂਦੇ। ਹੁਣ ਤੁਸੀਂ ਕਹੋਗੇ ਮੈਂ ਗੱਲ ਕੁਛ ਹੋਰ ਪੁੱਛਦਾ, ਤੂੰ ਜਵਾਬ
ਜਵਾਬ ਕੁਝ ਹੋਰ ਦਿੰਦਾ। ਬਹੁਤਾਂਤ ਸਾਡਾ ਦੁਖਾਂਤ ਹੈ ਭਾਜੀ ਵੀ ਸਾਡੇ ਅਸੀਂ ਪਾਠੀ ਰਾਗੀ ਗ੍ਰੰਥੀ ਨਹੀਂ ਸੰਭਾਲੇ। ਅੱਜ ਜੇ ਤੁਸੀਂ ਜਾ ਕੇ ਕਿਸੇ ਨੂੰ ਪੁੱਛੋ ਨਾ, ਕੋਈ 10 ਕੁ ਬੰਦੇ ਜਿਹੜੇ ਅਸੀਂ ਇੱਕ ਕੀ ਕੰਮ ਕਰਦੇ ਆ ਭਾਈ, ਵੱਡੇ ਵੱਡੇ ਜਿਹੜੇ ਰਾਗੀ ਸਿੰਘ ਆ ਉਹਨਾਂ ਨੂੰ ਅਸੀਂ ਕਿਸੇ ਨੂੰ 31000 ਦਿੱਤਾ, ਕਿਸੇ ਨੂੰ 51000 ਦਿੱਤਾ, ਪ੍ਰੋਗਰਾਮਾਂ ਤੇ ਬੁਲਾਉਨੇ ਆ, ਪਰ ਸਾਡਾ ਜਿਹੜਾ ਨਗਰ ਦੇ ਵਿੱਚ ਪਾਠੀ ਸਿੰਘ ਆ ਗ੍ਰੰਥੀ ਸਿੰਘ ਉਹਦਾ ਬੱਚਾ ਹੀ ਨਹੀਂ ਪੜਦਾ। ਉਹਦਾ ਬੱਚਾ ਹੀ ਨਹੀਂ ਪੜਦਾ, ਉਹਨੂੰ ਮਜਬੂਰਨ ਪਾਠੀ ਵੀ ਬਣਨਾ ਪੈਂਦਾ। ਫਿਰ ਬਾਅਦ ਚ ਭਾਜੀ 7000 6000 ਕੀ ਤਨਖਾਹ ਹੁੰਦੀ ਹੈ। ਪਰ ਫਿਰ ਉਹ ਤਾਂ ਕਹਿੰਦੇ ਜੀ ਵੀ ਜਿਹਨੇ ਗੁਰੂ ਗ੍ਰੰਥ ਸਾਹਿਬ ਪੜ੍ਹ ਲਿਆ ਉਹਦੇ ਲਈ ਤਾਂ ਮਾਇਆ ਦਾ ਕੋਈ ਹੈ ਹੀ ਨਹੀਂ, ਇਹ ਮਾਇਆ ਵਾਲਾ ਰਸਤਾ ਹੀ ਨਹੀਂ ਹੈਗਾ। ਫਿਰ ਇਹ ਕਹਿ ਕੇ ਸਾਰਦੇ ਆ ਜੀ ਉਹ। ਨਹੀਂ ਭਾਜੀ, ਸਾਰਨ ਨਾਲ ਗੱਲ ਨਹੀਂ ਹੈ। ਮੈਨੂੰ ਇੱਕ ਗੱਲ ਦੱਸੋ, ਤੁਸੀਂ ਇੱਥੇ ਅੱਜ ਆਏ ਹੋ, ਤੁਸੀਂ ਆਪਦੇ ਰੁਜ਼ਗਾਰ ਵਾਸਤੇ ਆਏ ਹੋ ਨਾ, ਇਹ ਤੁਹਾਡਾ ਰੁਜ਼ਗਾਰ ਹੈ ਚੈਨਲ, ਤੁਸੀਂ ਪੰਥ ਦੀ ਸੇਵਾ ਵੀ ਕਰ ਰਹੇ ਹੋ। ਤੁਸੀਂ ਪੰਥ ਦੀ ਸੇਵਾ ਕਰਦੇ ਹੋ, ਤੁਹਾਡਾ ਬਹੁਤ ਵੱਡਾ ਧੰਨਵਾਦ ਵੀ ਹੈ। ਤੁਹਾਡੇ ਚੈਨਲ ਤੋਂ ਪੰਜਾਬੀਅਤ ਦੀ ਗੱਲ ਵੀ ਹੁੰਦੀ ਹੈ ਭਾਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੇਧ ਲੈਣੀ ਜ਼ਰੂਰੀ ਹੈ ਕਿ ਇਨਸਾਨੀਅਤ ਕਿੱਦਾਂ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੇਧ ਲੈਣੀ ਜ਼ਰੂਰੀ ਹੈ ਵੀ ਅਸੀਂ ਕਰਨਾ ਕੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜ਼ਰੂਰੀ ਹੈ। ਇੱਕ ਗੱਲ ਹੋਰ ਹੈ, ਫਿਰ ਆਪਾਂ ਇਹ ਗੱਲ ਕਹਿੰਦੇ ਨੇ, ਸਭ ਨਾਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਮਾਰੇ ਕਹਿੰਦੇ ਪਹਿਲਾਂ ਬਣੀ ਪ੍ਰਾਲਬਧ ਪਾਛੇ ਬਣਿਓ ਸਰੀਰ। ਇਹ ਗੁਰੂ ਗ੍ਰੰਥ ਸਾਹਿਬ ਹੀ ਕਹਿੰਦੇ ਆ ਵੀ ਪਹਿਲਾਂ ਆਪਾਂ ਸਾਰਾ ਕੁਝ ਤੁਹਾਡਾ ਲਿਖ ਕੇ ਫਿਰ ਬੰਦਾ ਦੁਨੀਆ 'ਚ ਬਾਅਦ 'ਚ ਆਉਂਦਾ, ਪਹਿਲਾਂ ਉਹਦੀ ਪ੍ਰਾਲਬਧ ਉਹਦੀ ਰੋਟੀ ਲਿਖ ਦਿੱਤੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਬਹੁਤ ਜ਼ਰੂਰੀ ਹੈ। ਪਰ ਭਾਜੀ ਅੱਜ ਦੇ ਟਾਈਮ 'ਚ ਤੁਸੀਂ ਮੈਨੂੰ ਇੱਥੇ ਇੱਕ ਗੱਲ ਦੱਸੋ, ਆਪਾਂ ਇਹਨਾਂ ਦੇ ਅੱਗੇ ਹੱਥ ਅੱਡ ਰਹੇ ਹਾਂ, ਸਾਡੇ ਸਿੰਘ ਛੱਡੋ। ਅਸੀਂ ਇਹਨਾਂ ਦੇ ਅੱਗੇ ਬੇਨਤੀਆਂ ਕਰ ਰਹੇ ਹਾਂ, ਸਾਡੇ ਸਿੰਘ ਛੱਡੋ। ਫਿਰ ਵੀ ਅਸੀਂ ਕੁਰਬਾਨੀਆਂ ਕੀਤੀਆਂ, ਫਿਰ ਵੀ 90% ਆਜ਼ਾਦੀ 47 ਦੇ ਵਿੱਚ ਸ਼ਹੀਦੀਆਂ ਸਾਡੀਆਂ ਹੋਈਆਂ ਸੀ, ਫਿਰ ਵੀ ਅੱਜ ਅਰਦਾਸ ਕਰਦੇ ਹਾਂ ਇਹਨਾਂ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਦੇ ਕਰਦੇ ਹੀ ਕਰਦੇ ਇਹਨਾਂ ਦੇ ਅੱਗੇ ਵੀ ਹੱਥ ਜੋੜਦੇ ਵੀ ਸਾਡੇ ਬੰਦੇ ਛੱਡੋ। ਤੇ ਜੇ ਇਹੀ ਅਸੀਂ ਆਪ ਸਾਡੇ ਆਪ ਦੇ ਬੰਦੇ ਵਿੱਚ ਹੁੰਦੇ, ਕਿਉਂ ਇਹਨਾਂ ਨੂੰ ਵਿੱਚ ਬਿਠਾ ਕੇ ਅਸੀਂ ਗੱਲ ਕਰਦੇ ਵੀ ਸਾਡੇ ਬੰਦੇ ਛੱਡੋ? ਛੱਡੇ ਜਾਂਦੇ ਕਿ ਨਾ ਛੱਡੇ ਜਾਂਦੇ? ਤੁਸੀਂ ਮੈਨੂੰ ਇਹ ਦੱਸੋ। ਬਿਲਕੁਲ ਛੱਡੇ ਜਾਂਦੇ, ਪਰ ਜਿਹੜੇ ਬੰਦੇ ਸਾਡੇ ਹੁਣ ਅਸੀਂ ਸਾਡੇ ਮੰਤਰੀ ਹੈ ਪੰਜਾਬ ਦੇ ਵਿੱਚ, ਚਲੋ ਮੈਂ ਬਹੁਤ ਨਹੀਂ ਮੰਨਦਾ, ਪਰ 10-15 ਤਾਂ ਅਜਿਹੇ ਵੀ ਹੈਗੇ ਨੇ ਜਿਹੜੇ ਡਾਕਟਰ ਵੀ ਹੈ, ਚੰਗੀਆਂ ਪੜ੍ਹਾਈਆਂ ਕੀਤੀਆਂ ਹੋਈਆਂ, ਫਿਰ ਉਹ ਆਵਾਜ਼ ਕਿਉਂ ਨਹੀਂ ਬੁਲੰਦ ਕਰਾ ਸਕਦੇ? ਭਾਜੀ ਐਸੀ ਪੜ੍ਹਾਈ ਦਾ ਜਾਂ ਐਸੀ ਰੁਤਬੇ ਦਾ ਅਸੀਂ ਕੀ ਕਰਾਂਗੇ ਜਿਹੜਾ ਸਾਡੇ ਵਾਸਤੇ ਨਹੀਂ ਹੈਗਾ, ਜਿਹੜਾ ਸਾਡੇ ਹੱਕ 'ਚ ਨਹੀਂ ਖੜ ਸਕਦਾ। ਦੇਖੋ ਸਭ ਤੋਂ ਵੱਡੀ ਲੀਡਰਸ਼ਿਪ ਦੀ ਤਾਂ ਘਾਣ ਹੈ, ਘਾਟ ਸਾਡੇ ਧਰਮ ਨੂੰ ਜੇ ਸਾਡੇ ਸਿੱਖ ਪੰਥ ਦੀ ਗੱਲ ਕਰੀਏ, ਮੈਨੂੰ ਕਹਿਣਗੇ ਯਾਰ ਤੂੰ ਮੋਨਾ ਕੋਨਾ ਹੋ ਕੇ ਗੱਲ ਕਰਦਾ। ਜੇ ਤੁਸੀਂ ਮੋਨੇ ਕੋਨੇ ਨੂੰ ਇਹ ਗੱਲ ਕਹਿੰਦੇ ਹੋ, ਮੈਂ ਤੁਹਾਡੇ ਨਾਲ ਇੱਕ ਇੰਟਰਵਿਊ ਕੀਤੀ ਸੀ ਤੁਹਾਡੇ ਚੈਨਲ ਤੋਂ, ਉਹ ਥੱਲੇ ਵੀਰਾਂ ਨੇ ਬਹੁਤ ਪਿਆਰ ਵੀ ਦਿੱਤਾ ਤੇ ਥੱਲੇ ਕਈਆਂ ਨੇ ਇਹ ਵੀ ਕਿਹਾ ਵੀ ਤੂੰ ਕਿੱਥੋਂ ਸਿੱਖ ਹੈ, ਤੂੰ ਕਿਹੜੇ ਮੋਨਾ ਕੋਨਾ ਜਾਂ ਕਿਵੇਂ ਤੂੰ ਹਨਾ ਇਹ ਗੱਲ ਕਰਦਾ। ਮੈਂ ਕਹਿੰਦਾ ਬਾਈ ਮੈਂ ਮੋਨਾ ਕੋਨਾ ਹੀ ਚੰਗਾ, ਜਿਨ੍ਹਾਂ ਨੂੰ ਤੁਸੀਂ ਵਜ਼ੀਰੀਆਂ ਦਿੱਤੀਆਂ, ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਪੰਥ ਦੇ ਰਾਖੇ ਕਹਿ ਕੇ ਬਿਠਾਇਆ, ਉਹ ਅੱਜ ਤੁਹਾਡੀ ਖੜ ਕੇ ਗੱਲ ਨਹੀਂ ਕਰਦੇ। ਜਿਨ੍ਹਾਂ ਦੀ ਗੱਲ ਤੁਸੀਂ ਕਰ ਰਹੇ ਹੋ ਉਹਨਾਂ ਦੀ ਮੈਂ ਕਰ ਰਿਹਾ। ਉਹ ਜੇ ਸਾਡੇ ਹੱਕ 'ਚ ਅੱਜ ਨਹੀਂ ਖੜ ਰਹੇ ਨਾ, ਫਿਰ ਉਹਨਾਂ ਨਾਲੋਂ ਮੈਂ ਉੱਦਾਂ ਹੀ ਚੰਗਾ ਭਾਜੀ, ਮੈਂ ਉੱਦਾਂ ਹੀ ਚੰਗਾ। ਜੇ ਤੁਸੀਂ ਭੇਖ ਨੂੰ ਸਿੱਖੀ ਕਹਿੰਦੇ ਹੋ, ਭੇਖ ਦਿਖਾਵਾ ਜਗਤ ਕੋ ਲੋਗਨ ਕੋ ਬਸ ਕੀਨ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੋਇਆ ਨਾ। ਜੇ ਤੁਸੀਂ ਭੇਖ ਦਿਖਾ ਕੇ ਤੁਹਾਡੀ ਸਾਰੀ ਸੰਗਤ ਨੂੰ ਵਰਗ ਲਾ ਕੇ ਅੱਜ ਉਹਨਾਂ ਨੇ ਅੱਜ ਤੱਕ ਯੂਜ਼ ਕੀਤਾ ਤੇ ਅੱਜ ਆਪਣੇ ਤੋਂ ਪੱਲਾ ਝਾੜਿਆ, ਸਾਡੇ ਨਾਲ ਨਹੀਂ ਖੜ ਰਹੇ, ਫਿਰ ਇਹੋ ਜਿਹੇ ਬੰਦਿਆਂ ਤੋਂ ਆਪਾਂ ਕੀ ਕਰਾਉਣਾ ਭਾਜੀ? ਇਹੋ ਜਿਹੀ ਪੜ੍ਹਾਈ ਤੋਂ ਅਸੀਂ ਕੀ ਕਰਾਉਣਾ ਜਿਹੜੇ ਸਾਡੇ ਕੰਮ ਨਹੀਂ ਹੋ ਰਹੀ? ਮੇਰੀ ਜੇਬ ਦੇ ਵਿੱਚ ਭਾਜੀ 10 ਰੁਪਏ ਪਏ ਆ, ਜੇ ਮੈਂ ਕੁਝ ਲੈ ਕੇ ਨਹੀਂ ਖਾ ਸਕਦਾ ਤਾਂ ਪਏ ਆ, ਉਹਨਾਂ ਦਾ ਮੈਂ ਕੀ ਕਰਨਾ? ਤੇ ਫਿਰ ਬਾਈ ਜੀ ਇਹ ਵੀ ਤਾਂ ਕਿਹਾ ਜਾਂਦਾ ਨਾ ਵੀ ਜਿਹੜਾ ਬੰਦਾ ਇੱਕ ਦਰਦ ਰੱਖ ਕੇ ਪੜ੍ਹਾਈ ਸ਼ੁਰੂ ਕਰਦਾ, ਤਾਂ ਪੜ੍ਹਾਈ ਕਰਾਉਣ ਵਾਲੇ ਜਿਹੜੇ ਟੀਚਰ ਨੇ ਉੱਪਰ ਬੈਠੇ, ਉਹ ਉਹਨੂੰ ਕਈ ਵਾਰ ਬੰਦਾ ਆਸਥਿਕ ਹੁੰਦਾ, ਆਸਥਾ ਲੈ ਕੇ ਚੱਲਦਾ ਜੀ, ਤੇ ਉਹ ਜਦੋਂ ਕਾਲਜ ਜਾਂ ਯੂਨੀਵਰਸਿਟੀ ਤੋਂ ਡਾਕਟਰ ਬਣ ਕੇ ਨਿਕਲਦਾ ਜੀ, ਉਹ ਨਾਸਤਿਕ ਹੋ ਕੇ ਨਿਕਲਦਾ ਜੀ ਉੱਥੋਂ। ਫਿਰ ਬਿਲਕੁਲ ਨਾਸਤਿਕ ਹੋ ਕੇ ਨਿਕਲਦਾ ਭਾਜੀ। ਇਹ ਜ਼ਰੂਰੀ ਨਹੀਂਗਾ ਕਿ ਹਰ ਬੰਦਾ ਆਸਤਿਕ ਹੋਵੇ ਤੇ ਹਰ ਬੰਦਾ ਨਾਸਤਿਕ ਹੋਵੇ। ਜੇ ਇੱਕ ਸੋਚ ਹੈ ਭਾਜੀ, ਇੱਕ ਸੋਚ ਤੁਹਾਡੀ ਵੀ ਵੱਖਰੀ ਹੈ, ਸੋਚ ਮੇਰੀ ਵੀ ਵੱਖਰੀ ਹੈ। ਆਪਾਂ ਦੋ ਜਣੇ ਅੱਜ ਮੋਰਚੇ ਤੇ ਖੜੇ ਆ ਨਾ, ਤੇ ਸਾਡੀ ਦੋਨਾਂ ਦੀ ਸੋਚ ਨਹੀਂ ਰਲਦੀ, ਪਰ ਇਹ ਸੋਚ ਦਾ ਬਹੁਤਾਤ ਦੁਖਾਂਤ ਸਾਡਾ ਇਹੀ ਹੈ ਭਾਜੀ ਕਿ ਸਾਡੀ ਸਿੱਖ ਪੰਥ ਦੀ ਕਿਸੇ ਦੀ ਕਿਸੇ ਨਾਲ ਨਾ ਤਾਂ ਸੋਚ ਰਲੇ, ਨਾ ਕਿਸੇ ਨਾਲ ਵਿਚਾਰ ਰਲੇ, ਨਾ ਅਸੀਂ ਇਕੱਠੇ ਹੋ ਕੇ ਚੱਲੀਏ। ਉਹ ਨਾਸਤਿਕ ਹੋ ਕੇ ਨਿਕਲਦੇ ਆ, ਉਹ ਉਹਨਾਂ ਦਾ ਕਰਮ ਹੈ, ਉਹ ਉਹਨਾਂ ਦਾ ਕਰਮ ਹੈ। ਪਰ ਜੇ ਆਪਾਂ ਬੱਚੇ ਨੂੰ ਇਹ ਕਹੀ ਜਾਈਏ ਯਾਰ ਇਹਨੂੰ ਸਕੂਲੇ ਕਾਲਜ ਭੇਜਣਾ ਨਹੀਂ, ਇਹ ਨਾਸਤਿਕ ਹੋ ਕੇ ਨਿਕਲੂਗਾ, ਬੱਚਾ ਤਾਂ ਭਾਜੀ ਡੱਲ ਹੋ ਜਾਊਗਾ। ਸਾਡਾ ਬੱਚਾ ਕੱਲ ਨੂੰ ਕਿਸੇ ਸਾਹਮਣੇ ਖੜ ਕੇ ਗੱਲ ਕੀ ਕਰੂਗਾ? ਬਹੁਤੇ ਪ੍ਰਚਾਰਕ, ਬਹੁਤੇ ਸਿੱਖ ਧਰਮ ਦੇ ਵਿੱਚ ਪ੍ਰਚਾਰ ਅਸੀਂ ਸਿੱਖ ਧਰਮ ਦਾ ਕਰ ਰਹੇ ਹਾਂ, ਜ਼ਰੂਰੀ ਹੈ। ਪਰ ਮੈਨੂੰ ਇੱਕ ਗੱਲ ਦੱਸੋ, ਜੇ ਤੁਸੀਂ ਦੁਨਿਆਵੀ ਪੜ੍ਹਾਈ ਤੋਂ ਵੀ ਵਾਂਝੇ ਰੱਖਤਾ, ਤੁਸੀਂ ਸਿੱਖ ਧਰਮ ਤੋਂ ਵੀ ਵਾਂਝੇ ਰੱਖਤਾ, ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਆ ਵੀ ਸਿੱਖ ਮਿਸ਼ਨਰੀ ਕਾਲਜ ਵਾਲੇ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਪ੍ਰਚਾਰ ਕੀਤਾ, ਉਸ ਹਿਸਾਬ ਨਾਲ ਤਾਂ ਭਾਜੀ ਫਿਰ ਮੈਨੂੰ ਲੱਗਦਾ ਵੀ ਜੇ ਅਸੀਂ 2% ਆ ਤੇ ਅਸੀਂ ਘੱਟੋ ਘੱਟ 80% ਤਾਂ ਹੋਣੇ ਚਾਹੀਦੇ ਸੀ। ਇਹ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਨਾ। ਜਿਸ ਹਿਸਾਬ ਨਾਲ ਜੇ ਤੁਸੀਂ ਅੱਜ ਤੱਕ ਕਹਿ ਰਹੇ ਹੋ ਅਸੀਂ ਪ੍ਰਚਾਰ ਕੀਤਾ, ਅੱਜ ਤੱਕ ਅਸੀਂ ਸਿੱਖ ਧਰਮ ਨੂੰ ਵਧਾਇਆ, ਤੇ ਮੈਨੂੰ ਦੱਸੋ ਕਿੱਥੇ ਵਧਿਆ? ਮੈਨੂੰ ਦੱਸੋ ਤਾਂ ਸਹੀ। ਅੱਜ ਜੇ ਅਸੀਂ ਇਹ ਆਪ ਕਹਿੰਦੇ ਅਸੀਂ 2% ਆ, ਜੇ ਅਸੀਂ 2% 80% ਹੋਣੇ ਚਾਹੀਦੇ ਸੀ। ਮੈਂ ਕਿਸੇ ਵੀ ਧਰਮ ਨੂੰ ਟਾਰਗੇਟ ਨਹੀਂ ਕਰਦਾ। ਇਹ ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਜੇ ਸਿੱਖ ਪ੍ਰਚਾਰ ਹੋਊਗਾ ਤਾਂ ਫਿਰ 2 ਤੋਂ 80% ਹੋ ਜਾਣਗੇ? ਕਿਉਂਕਿ ਤੁਹਾਡੀਆਂ ਗੱਲਾਂ ਬਾਈ ਧਰਮ ਦੇ ਅਕੋਰਡਿੰਗ ਹੈ, ਤੁਹਾਨੂੰ ਗੁਰਬਾਣੀ ਦੀਆਂ ਵੀ ਗੱਲਾਂ ਬਹੁਤ ਪਤਾ, ਇਤਿਹਾਸ ਬਾਰੇ ਵੀ ਤੁਸੀਂ ਬਹੁਤ ਕੁਝ ਦੱਸਦੇ ਹੋ, ਪਰ ਗੱਲ ਫਿਰ ਉਹੀ ਕਮੈਂਟਾਂ ਵਾਲੀ ਆ ਜਾਂਦੀ ਆ ਵੀ ਫਿਰ ਤੁਸੀਂ ਸਿੱਖ ਕਿਉਂ ਨਹੀਂ ਬਣੇ? ਨਹੀਂ, ਜ਼ਰੂਰੀ ਨਹੀਂ ਭਾਜੀ ਕਿ ਮੈਂ ਦਾੜੀ ਵਾਲ ਰੱਖੇ ਹੋਊਗਾ ਤਾਂ ਮੈਂ ਸਿੱਖ ਦੀ ਕੈਟੇਗਰੀ ਦੇ ਵਿੱਚ ਆ ਜਾਊਂਗਾ। ਜੇ ਤੁਸੀਂ ਉਹਨੂੰ ਸਿੱਖ ਮੰਨਦੇ ਹੋ, ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਆਪਣੇ ਜਿਹੜੇ ਪੰਥਕ ਰਾਜਨੇਤਾ ਸਾਡੇ ਤੇ ਅੱਜ ਤੱਕ ਕਾਬਜ਼ ਰਹੇ ਆ,
ਅੱਜ ਜਿਹੜੇ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਦੇ ਉਹਨਾਂ ਨੇ ਉਦੋਂ ਕਿਉਂ ਨਹੀਂ ਕੀਤੀ? ਉਹ ਵੀ ਤਾਂ ਦਾੜੀਆਂ ਵਧਾ ਕੇ ਤੇ ਕੇਸ ਵਧਾ ਕੇ ਤੇ ਉਹ ਗਾਤਰੇ ਪਾ ਕੇ ਸਾਡੇ ਪੰਥਕ ਕਹਿੰਦੇ ਰਹੇ ਅਸੀਂ ਉਹਨਾਂ ਨੂੰ। ਉਹ ਪੰਥਕ ਅੱਜ ਤੱਕ ਸਾਡੇ ਨਾਲ ਨਹੀਂ ਖੜੇ ਨਾ। ਇਹ ਜ਼ਰੂਰੀ ਨਹੀਂ ਭਾਜੀ, ਪਰ ਇਹ ਜ਼ਰੂਰੀ ਹੈ ਕਿ ਅੱਜ ਜੇ ਮੈਨੂੰ ਜੇ ਕੋਈ ਪੁੱਛੇ ਪੰਜ ਪਿਆਰਿਆਂ ਦੇ ਨਾਂ ਦੱਸ, ਤੁਹਾਨੂੰ ਮੈਂ ਪੰਜ ਪਿਆਰਿਆਂ ਦੇ ਨਾਂ ਚੱਲਦੀ ਇੰਟਰਵਿਊ 'ਚ ਦੱਸ ਦੂੰ। ਮੈਨੂੰ ਕੋਈ ਪੁੱਛੇ 10 ਗੁਰੂਆਂ ਦੇ ਨਾਂ ਦੱਸ, ਮੈਂ ਦੱਸ ਦੂੰ। ਅਸੀਂ ਕੀ ਕੀਤਾ, ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਕੀਤਾ, ਮੈਂ ਗੱਲ ਕਰ ਲੂੰ। ਪਰ ਮੈਂ ਇਹ ਗੱਲ ਕਰਦਾ ਵੀ ਆਪਾਂ ਅੱਜ ਕਿੰਨੇ ਸਿੰਘ ਖੜੇ ਆ, ਕਿਸੇ ਵੀ ਇੱਕ ਵੀਰ ਨੂੰ ਲੈ ਲਓ, ਚਾਹੇ ਦਾੜੀ ਵਾਲੇ ਨੂੰ ਲੈ ਲਓ, ਚਾਹੇ ਮੋਨੇ ਨੂੰ ਲੈ ਲਓ, ਪੰਜ ਪਿਆਰਿਆਂ ਦੇ ਨਾਂ ਖੜ ਕੇ ਪੁੱਛੋ, ਕਿਸੇ ਨੂੰ ਨਹੀਂ ਪਤਾ ਹੋਣੇ। ਮੈਂ ਉਹ ਗੱਲ ਕਰਦਾ, ਜੇ ਤੁਸੀਂ ਪ੍ਰਚਾਰ ਕੀਤਾ ਤਾਂ ਗਿਆ ਕਿੱਥੇ ਹੈ? ਮੈਂ ਉਹ ਗੱਲ ਨਹੀਂ ਕਹਿੰਦਾ ਵੀ ਦਾੜੀ ਵਾਲਾਂ ਵਾਲੇ ਸਿੱਖ ਕਿੱਥੇ ਆ। ਮੈਂ ਕਹਿੰਦਾ ਜੇ ਸਿੱਖੀ ਤੁਸੀਂ ਕਿਸੇ ਦੇ ਦਿਮਾਗ 'ਚ ਪਾਈ ਸੀ ਤੇ ਉਹ ਸਿੱਖ ਕਿੱਥੇ ਹੈ? ਮਹਾਰਾਜ ਨੇ ਤਾਂ ਕਿਹਾ ਵੀ ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਮਹਾਰਾਜ ਜੀ ਕਹਿੰਦੇ ਆ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮੈਂ ਉਦਣ ਵੀ ਤੁਹਾਨੂੰ ਇਹ ਗੱਲ ਕਹੀ ਸੀ, ਗਲੀ ਜਿਨਾ ਜਪ ਮਾਲੀਆਂ, ਲੋਟੇ ਹੱਥ ਨ ਪੱਗ, ਹਰ ਕੇ ਸੰਤ ਨਾ ਆਖੀਏ, ਬਾਹ ਨਾਰਸ ਕੇ ਠੱਗ। ਕੀ ਫਾਇਦਾ ਭਾਜੀ ਉਹਨਾਂ ਠੱਗਾਂ ਦਾ? ਉਹਨਾਂ ਤੋਂ ਤੁਸੀਂ ਅੱਜ ਤੱਕ ਨਹੀਂ ਯਾਦ ਹੋਏ। ਗੁਰੂ ਨਾਨਕ ਮੈਂ ਇੱਕ ਗੱਲ ਤੁਹਾਡੇ ਚੈਨਲ ਤੋਂ ਕਹਿਣਾ, ਜੇ ਕਿਸੇ ਨੇ ਕਦੇ ਵੀ ਦੇਖਿਆ ਹੋਵੇ ਤਾਂ ਮੈਂ ਹਜੇ ਵੀ ਕਹਿਣਾ, ਮੈਂ ਮਾਫੀ ਮੰਗਣ ਨੂੰ ਤਿਆਰ ਹਾਂ ਭਾਜੀ। ਮੈਂ ਬਸ਼ੱਕ ਦੀ ਦਾੜੀ ਵਾਲ ਨਹੀਂ ਰੱਖੇ, ਮੈਂ ਬਸ਼ੱਕ ਦੀ ਅੰਮ੍ਰਿਤ ਨਹੀਂ ਛਕਿਆ ਹੋਇਆ, ਮੈਂ ਦੇਖਣ ਨੂੰ ਸਿੱਖ ਨਹੀਂ ਲੱਗਦਾ ਹੋਣਾ, ਪਰ ਮੜੀਆਂ ਤੇ ਜਾ ਕੇ ਮੱਥਾ ਮੈਂ ਅੱਜ ਤੱਕ ਨਹੀਂ ਟੇਕਿਆ। ਮੰਦਰਾਂ ਦੇ ਵਿੱਚ ਜਾ ਕੇ ਘੜਿਆਲ ਅੱਜ ਤੱਕ ਨਹੀਂ ਮੈਂ ਵਜਾਏ। ਇਹ ਜਿਹੜੇ ਸਾਡੇ ਮੰਤਰੀ ਜਿਹੜੇ ਅਸੀਂ ਬਣਾਏ ਹੋਏ ਆ, ਇਹ ਜਾ ਕੇ ਵਜਾਉਂਦੇ ਆ। ਤੁਹਾਨੂੰ ਵੀ ਪਤਾ ਹੈ, ਅੱਜ ਤੱਕ ਮੜੀਆਂ ਮਸਾਣਾਂ ਤੇ ਮੈਂ ਨਹੀਂ ਗਿਆ ਜਿੱਥੋਂ ਗੁਰੂ ਨਾਨਕ ਸਾਹਿਬ ਨੇ ਰੋਕਿਆ। ਤਾਂ ਮੇਰਾ ਸਿਰ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਝੁਕਦਾ ਹੈ। ਗੁਰਦੁਆਰੇ ਤੋਂ ਇਲਾਵਾ ਅੱਜ ਤੱਕ ਮੈਂ ਕਿਸੇ ਅੱਗੇ ਮੱਥਾ ਨਹੀਂ ਟੇਕਿਆ ਹੋਣਾ ਜਾ ਕੇ। ਪਰ ਇਹ ਘੜਿਆਲ ਵਜਾ ਕੇ ਤਾਂ ਇਹ ਕਹਿੰਦੇ ਨੇ ਜੀ ਵੀ ਸਾਰੇ ਧਰਮ ਬਰਾਬਰ ਨੇ, ਸਾਰੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ, ਇਸ ਕਰਕੇ ਅਸੀਂ ਜਾਂਦੇ ਹਾਂ। ਬੇਸ਼ੱਕ ਉਹਨਾਂ ਨੇ ਅਮਰ ਛਕੇ ਹੋਏ ਜੀ, ਰਾਜਨੀਤਿਕ ਲੀਡਰ ਤਾਂ ਹੀ ਦਿੰਦੇ ਆ ਜੀ। ਭਾਜੀ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਬੰਦੇ ਮਾੜੇ ਨਹੀਂ ਹੈ ਭਾਜੀ, ਉਹ ਸੌਰੀ ਧਰਮ ਮਾੜਾ ਨਹੀਂ ਹੈ, ਬੰਦੇ ਵਿੱਚ ਮੇਰੇ ਵਰਗੇ ਜਿਹੜੇ ਲਾਲਚੀ ਜਾਂ ਜਿਹੜੇ ਕਪਟੀ ਜਾਂ ਜਿਹੜੇ ਬਹਿਰੂਪੀ ਆ ਜਾਂਦੇ ਨਾ। ਮੈਂ ਆਪਦੇ ਆਪ ਨੂੰ ਕਹਿਣਾ, ਲੋਕ ਮੈਨੂੰ ਕਹਿੰਦੇ ਤੂੰ ਆਰਐਸਐਸ ਦਾ ਬੰਦਾ ਹੈ, ਤੂੰ ਅਕਾਲੀਆਂ ਦਾ ਬੰਦਾ ਹੈ। ਮੈਂ ਅੱਜ ਤੁਹਾਡੇ ਚੈਨਲ ਤੋਂ ਗੱਲ ਕਹਿਣਾ ਭਾਜੀ, ਮੈਂ ਕਿਸੇ ਵੀ ਪਾਰਟੀ ਨਾਲ ਬਿਲੋਂਗ ਨਹੀਂ ਕਰਦਾ, ਮੈਂ ਕਿਸੇ ਵੀ ਪਾਰਟੀ ਦਾ ਅੱਜ ਤੱਕ ਸਮਰਥਕ ਨਹੀਂ ਬਣਿਆ। ਜੇ ਮੈਨੂੰ ਤੁਸੀਂ ਕਹਿੰਦੇ ਹੋ ਆਰਐਸਐਸ ਦਾ, ਜੇ ਤੁਸੀਂ ਮੈਨੂੰ ਕਹਿੰਦੇ ਹੋ ਫਲਾਣਾ ਫਲਾਣਾ, ਮੈਂ ਚੰਗਾ ਭਾਜੀ। ਜੇ ਮੈਂ ਅੱਜ ਆਪਦੇ ਧਰਮ ਦੀ ਗੱਲ ਮੋਨਾ ਕੋਨਾ ਹੋ ਕੇ ਗੱਲ ਕਰ ਸਕਦਾ, ਤੁਹਾਨੂੰ ਤਾਂ ਫਿਰ ਲਾਹਨਤਾਂ ਯਾਰ, ਤੁਹਾਨੂੰ ਤਾਂ ਸ਼ਰਮ ਹੋਣੀ ਚਾਹੀਦੀ ਹੈ, ਤੁਸੀਂ ਨਹੀਂ ਆ ਕੇ ਗੱਲ ਕਰਦੇ। ਤੁਸੀਂ ਘਰੇ ਬੈਠੇ ਕਮੈਂਟ ਕਰਕੇ ਕਹਿੰਦੇ ਹੋ ਤੂੰ ਆਰਐਸਐਸ ਦਾ ਬੰਦਾ, ਤੁਸੀਂ ਘਰੇ ਬਹਿ ਕੇ ਕਮੈਂਟ ਕਰਦੇ ਹੋ ਯਾਰ ਤੂੰ ਕਿੱਥੋਂ ਦਾ ਸਿੱਖ ਹੈ। ਮੈਂ ਕਹਿੰਦਾ ਯਾਰ ਤੁਸੀਂ ਕਿੱਥੋਂ ਦੇ ਸਿੱਖ ਹੋ? ਤੁਸੀਂ ਆਓ ਧਰਨੇ 'ਚ ਬਹਿ ਕੇ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ, ਮੇਰੇ ਨਾਲ ਇਤਿਹਾਸ ਦੀ ਗੱਲ ਕਰੋ। ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਂਦੇ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੀ ਗੱਲ ਕਰਾਂਗੇ। ਤੁਸੀਂ ਜੇ ਤੁਸੀਂ ਪਿਓ ਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਹੋਏ, ਤੁਸੀਂ ਮੰਨ ਕੇ ਜਾਓਗੇ ਵੀ ਹਾਂ ਸਾਡਾ ਭਰਾ, ਤੇ ਜੇ ਮੈਂ ਗਲਤ ਹੋਇਆ ਮੈਂ ਮਾਫੀ ਮੰਗ ਕੇ ਜਾਊਂਗਾ ਵੀ ਭਾਈ ਤੁਸੀਂ ਸਾਰੇ ਚੰਗੇ ਹੋ। ਮੈਂ ਇਹ ਚੀਜ਼ ਨਹੀਂ ਕਹਿੰਦਾ ਹੁਣ ਸਾਰੇ ਕਹਿਣਗੇ ਕਿ ਯਾਰ ਕੀ ਸਿੱਖੀ, ਸਾਰੇ ਕਹਿਣਗੇ ਭਾਜੀ ਇੱਕ ਗੁਰੂ ਦੇ ਨਾਲ ਲੱਗਣਾ, ਗੁਰੂ ਦੀ ਮੋਹਰ ਲਵਾਉਣਾ ਬਹੁਤ ਜ਼ਰੂਰੀ ਹੈ, ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ, ਦਸਤਾਰ ਸਜਾਉਣੀ ਬਹੁਤ ਜ਼ਰੂਰੀ ਹੈ। ਪਰ ਉਹਦੇ ਨਾਲ ਨਾਲ ਜੇ ਹੁਣ ਮੈਂ ਅੰਮ੍ਰਿਤ ਛਕ ਕੇ ਤੁਰਿਆ ਹੀ ਫਿਰਾਂ, ਮੈਨੂੰ ਕੁਝ ਪਤਾ ਹੀ ਨਾ ਹੋਵੇ, ਮੈਨੂੰ ਕੋਈ ਪੁੱਛ ਲੇ ਓਏ ਤੂੰ ਇੱਥੇ ਬੰਦੀ ਸਿੰਘਾਂ ਦੇ ਆਜ਼ਾਦ ਕਰਾਉਣ ਦੀ ਗੱਲ ਕਰਦਾ, ਬੰਦੀ ਸਿੰਘਾਂ ਦੇ ਨਾਂ ਦੱਸ, ਜੇ ਮੈਨੂੰ ਪਤਾ ਹੀ ਨਹੀਂ ਫਿਰ ਮੈਂ ਕਿਉਂ ਆਇਆ। ਤੇ ਜੇ ਪਿਛੋਕੜ ਦੇਖੀਏ ਜੀ ਇਤਿਹਾਸ ਦੇ ਵਿੱਚ ਜਾਈਏ ਤਾਂ ਉਦੋਂ ਤਾਂ ਕਾਲਜ ਨਹੀਂ ਸੀਗੇ ਜੀ, ਉਦੋਂ ਤਾਂ PhDਆਂ ਨਹੀਂ ਸੀ ਹੁੰਦੀਆਂ ਜੀ। ਤੇ ਉਦੋਂ ਲੋਕ ਇਹ ਵੀ ਸਵਾਲ ਕਰਨਗੇ ਵੀ ਫਿਰ ਉਦੋਂ ਸਾਡੇ ਖਾਲਸੇ ਨੇ ਰਾਜ ਕਿਵੇਂ ਕੀਤਾ? ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗਾਂ 14 ਦੀਆਂ 14 ਫਤਿਹ ਕੀਤੀਆਂ ਜੀ। ਜ਼ਫਰਨਾਮੇ ਦੀ ਗੱਲ ਆ ਜਾਂਦੀ ਹੈ ਜੀ, ਤਾਂ ਉਹ ਹਰ ਤਰ੍ਹਾਂ ਦੇ ਨਾਲ ਉਹਨਾਂ ਨੇ, ਜਿੱਥੇ ਕਲਮ ਦੀ ਗੱਲ ਆ ਉੱਥੇ ਕਲਮ ਦੇ ਨਾਲ, ਜਿੱਥੇ ਗੱਲ ਤਲਵਾਰ ਦੀ ਉੱਥੇ ਤਲਵਾਰ ਦੇ ਨਾਲ ਸਭ ਕੁਝ ਕੀਤਾ। ਨਾ ਕੋਈ PhD ਸੀ। ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਭਾਜੀ। ਹਾਂਜੀ, ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ ਨਾ, ਤੁਸੀਂ ਇੱਕੋ ਸਵਾਲ ਦੇ ਵਿੱਚ ਹੀ ਸਾਰਾ ਸਾਰ ਲੈਤਾ ਤੇ ਉਹ ਜਵਾਬ ਵੀ ਉਹਦੇ ਵਿੱਚ ਹੀ ਹੈ। ਹੁਣ ਉਹ ਜਵਾਬ ਵੀ ਤੁਹਾਨੂੰ ਮੈਂ ਦੇ ਦਿੰਦਾ, ਤੁਸੀਂ ਆਪ ਹੀ ਜਵਾਬ ਦਿੱਤਾ, ਆਪ ਹੀ ਸਵਾਲ ਕਰ ਲਿਆ। ਗੁਰੂ ਨਾਨਕ ਸਾਹਿਬ ਨੇ ਸਿੱਖ ਪੰਥ ਚਲਾਇਆ ਜੀ। ਗੁਰੂ ਨਾਨਕ ਸਾਹਿਬ ਸਾਡੇ ਮੋਢੀ ਹੋਏ ਨੇ, ਨੀ ਸਾਡੇ ਗੁਰੂ ਨਾਨਕ ਸਾਹਿਬ ਦੇ ਵੱਲੋਂ ਰੱਖੀ ਗਈ ਸੀ। ਗੁਰੂ ਨਾਨਕ ਸਾਹਿਬ ਬਹੁਤ ਵੱਡੇ ਇੱਕ ਨਾ ਅਧਿਆਤਮਿਕ ਤੌਰ ਤੇ ਵੀ ਤੇ ਦੁਨਿਆਤਮਕ ਤੌਰ ਤੇ ਵੀ ਭਾਜੀ ਬਹੁਤ ਵੱਡੇ ਇੱਕ ਨਾ ਕਹਿ ਸਕਦੇ ਹਾਂ ਵੀ ਉਸ ਟਾਈਮ ਦੇ ਵਿੱਚ ਪ੍ਰੋਫੈਸਰ ਜਾਂ ਉਹਨਾਂ ਤੋਂ ਵੱਡਾ ਕੋਈ ਕਹਿਣਾ ਨਹੀਂ ਚਾਹੀਦਾ। ਧਰਮ ਦੇ ਵਿੱਚ ਜਿੰਨੇ ਵੀ ਪਹਿਲਾਂ ਅਵਤਾਰ ਹੋਏ ਆ ਨਾ, ਗੁਰੂ ਨਾਨਕ ਸਾਹਿਬ ਤੋਂ ਵੱਧ ਪੜ੍ਹਿਆ ਲਿਖਿਆ ਕੋਈ ਵੀ ਨਹੀਂ ਸੀ। ਜੇ ਗੁਰੂ ਨਾਨਕ ਸਾਹਿਬ ਨੇ ਪਾਂਡੇ ਕੋਲ ਉਹਨਾਂ ਨੇ ਪਾਂਡੇ ਕੋਲੇ ਪੜ੍ਹਨੇ ਪਾਇਆ ਤੇ ਗੁਰੂ ਨਾਨਕ ਸਾਹਿਬ ਉਹਨੂੰ ਵੀ ਪੜ੍ਹਾ ਕੇ ਆ ਗਏ ਹੈ। ਗੁਰੂ ਨਾਨਕ ਸਾਹਿਬ ਅਰਬੀ, ਫਾਰਸੀ, ਹੋਰ ਵੀ ਬਹੁਤ ਲੈਂਗੁਏਜ ਉਹਨਾਂ ਨੇ ਸਾਰੀ ਦੁਨੀਆ ਦਾ ਭਰਮਣ ਕੀਤਾ। ਉੱਥੇ ਵੀ ਭਾਜੀ ਲੈਂਗੁਏਜ ਦੀ ਗੱਲ ਆਈ, ਉੱਥੇ ਵੀ ਭਾਜੀ ਐਜੂਕੇਸ਼ਨ ਦੀ ਗੱਲ ਸੀ ਨਾ। ਗੁਰੂ ਨਾਨਕ ਸਾਹਿਬ ਤੋਂ ਵੱਧ ਪੜ੍ਹਿਆ ਲਿਖਿਆ ਉਸ ਟਾਈਮ ਦੇ ਵਿੱਚ ਜਾਂ ਅੱਜ ਤੱਕ ਕੋਈ ਵੀ ਅਵਤਾਰ ਨਹੀਂ ਸੀ। ਆਪਾਂ ਫਿਰ ਆਉਂਦੇ ਹਾਂ 10ਵੇਂ ਪਾਤਸ਼ਾਹ ਤੇ। 10ਵੇਂ ਪਾਤਸ਼ਾਹ ਨੇ ਸਿਰਫ ਕਲਮ ਦੇ ਨਾਲ ਹੀ ਉਹਨੂੰ ਜ਼ਫਰਨਾਮਾ ਹੀ ਲਿਖਿਆ ਸੀ ਨਾ। ਉਹ ਆਪਦੀ, ਮੈਂ ਕਹਿੰਦਾ ਉਹ ਜ਼ਫਰਨਾਮੇ ਦੇ ਵਿੱਚ ਇੰਨੀ ਤਾਕਤ ਸੀ ਕਿ ਵੀ ਉਹ ਲਫ਼ਜ਼ਾਂ ਨਾਲ ਹੀ ਮਰ ਗਿਆ। ਫਿਰ ਗੱਲ ਐਜੂਕੇਸ਼ਨ ਦੀ, ਗੱਲ ਤਾਂ ਫਿਰ ਵੀ ਐਜੂਕੇਸ਼ਨ ਦੀ ਆਈ ਨਾ ਭਾਜੀ। ਉਸ ਤੋਂ ਬਾਅਦ ਜੇ ਗੱਲ ਕਰੀਏ, ਅਹਿਮਦ ਸ਼ਾਹ ਅਬਦਾਲੀ ਜਦੋਂ ਲੁੱਟ ਕੇ ਜਾ ਰਿਹਾ ਸੀ ਨਾ, ਤੇ ਕੁਰਬਲ ਹੋ ਗਈ ਵੀ ਭਾਰਤ ਨੂੰ ਲੁੱਟ ਕੇ ਅਹਿਮਦ ਸ਼ਾਹ ਅਬਦਾਲੀ ਲੈ ਗਿਆ। ਧੀਆਂ ਪੈਣਾ, ਚਲੋ ਆਪਾਂ ਇੱਕ ਵਰਡ ਯੂਜ਼ ਕਰਦੇ ਹਾਂ ਵੀ ਹਿੰਦੂਆਂ ਦੀਆਂ ਧੀਆਂ ਪੈਣਾ ਲੈ ਗਿਆ, ਪਰ ਨਹੀਂ, ਉਹ ਸੀ ਸਾਰੇ ਸਾਂਝੇ ਹੀ ਆ ਵਿੱਚ ਹੀ।
ਅਸੀਂ ਸਾਰੇ ਸਾਂਝੇ ਹੀ ਆ ਵਿੱਚ ਹੀ। ਉਹ ਜਦੋਂ ਸਾਰੀਆਂ ਧੀਆਂ ਭੈਣਾਂ ਇੱਜ਼ਤਾਂ ਨੂੰ ਲੁੱਟ ਕੇ ਲੈ ਕੇ ਜਾ ਰਿਹਾ, ਖਜ਼ਾਨੇ ਲੁੱਟ ਕੇ ਲੈ ਕੇ ਜਾ ਰਿਹਾ ਨਾ, ਇਦਾਂ ਹੀ ਜੰਗਲ ਸੀ, ਜੰਗਲ ਦੇ ਵਿੱਚੋਂ ਲੰਘਾ ਤੇ ਸਿੱਖਾਂ ਨੂੰ ਪਤਾ ਲੱਗਾ, ਸਿੱਖਾਂ ਨੇ ਜਾ ਕੇ ਤੇ ਉਹਨੂੰ ਲੁੱਟ ਲਿਆ ਅਬਦਾਲੀ ਨੂੰ। ਉਹਦੇ ਕੋਲੋਂ ਧੀਆਂ ਭੈਣਾਂ ਛਡਾ ਕੇ ਘਰਾਂ 'ਚ ਛੱਡ ਕੇ ਆਏ, ਖਜ਼ਾਨਾ ਸਾਰਾ ਕੁਝ ਲੁੱਟ ਲਿਆ। ਹੁਣ ਅਬਦਾਲੀ ਕਹਿੰਦਾ ਵੀ ਆਪਾਂ ਨੂੰ ਲੁੱਟਣ ਵਾਲਾ ਹਾਂ ਕੌਣ ਗਿਆ? ਉਹਨੇ ਆਪਦੇ ਮੰਤਰੀ ਬੁਲਾਏ, ਉਹਨਾਂ ਦੇ ਵਿੱਚੋਂ ਇੱਕ ਕਹਿੰਦਾ ਇਹ ਸਿੱਖ ਹੁੰਦੇ ਨੇ। ਕਹਿੰਦਾ ਸਿੱਖ ਕੌਣ ਹੁੰਦੇ ਨੇ? ਕਹਿੰਦਾ ਸਾਨੂੰ ਵੀ ਨਹੀਂ ਪਤਾ ਸਿੱਖ ਕੌਣ ਹੁੰਦੇ। ਕਹਿੰਦਾ ਰਹਿੰਦੇ ਕਿੱਥੇ ਆ? ਕਹਿੰਦਾ ਕਿਤੇ ਨਹੀਂ ਰਹਿੰਦੇ, ਜੰਗਲਾਂ 'ਚ ਰਹਿੰਦੇ ਆ। ਸੌਂਦੇ ਕਿੱਥੇ ਆ? ਘੋੜਿਆਂ ਦੀ ਕਾਠੀ ਤੇ ਸੌਂਦੇ ਆ। ਖਾਂਦੇ ਕੀ ਆ? ਪੱਤੇ ਖਾਂਦੇ ਆ, ਛੋਲੇ ਖਾਂਦੇ ਆ। ਉਸ ਟਾਈਮ ਅਬਦਾਲੀ ਦੇ ਮੈਂ ਇੱਕ ਕਿਤਾਬ ਪੜ੍ਹੀ ਸੀ, ਉਹਦਾ ਨਾਮ ਭੁੱਲ ਗਿਆ ਮੈਂ। ਉਸ ਟਾਈਮ ਅਬਦਾਲੀ ਨੇ ਕਿਹਾ ਇਹ ਜੇ ਨਾ ਰੋਕੇ ਤੇ ਰਾਜ ਕਰਨਗੇ। ਇਹ ਅਬਦਾਲੀ ਦੀ ਵਰਡਿੰਗ ਸੀ। ਫਿਰ ਉਹਨੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ, ਤੁਹਾਨੂੰ ਸਾਰਿਆਂ ਨੂੰ ਪਤਾ, ਆਪਾਂ ਸਾਰ 'ਚ ਨਹੀਂ ਜਾਂਦੇ। ਉਹਨੇ ਅਬਦਾਲੀ ਨੇ ਫਿਰ ਬਾਅਦ 'ਚ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਵੀ ਇਹਨਾਂ ਦਾ ਮੇਨ ਜਿਹੜਾ ਹਮਲਾ ਸਾਡੇ ਤੇ 84 'ਚ ਵੀ ਤਾਂ ਹੀ ਹੋਇਆ। ਆਪਾਂ ਕਿਤੇ ਫਿਰ ਬਹਿ ਕੇ ਕੋਈ ਬਹੁਤੀਆਂ ਗੱਲਾਂ ਕਰਾਂਗੇ। ਹਮਲਾ ਸਾਡੇ ਤੇ 84 'ਚ ਵੀ ਤਾਂ ਹੀ ਹੋਇਆ ਵੀ ਜੇ ਨਾ ਰੋਕੇ ਗਏ ਫਿਰ ਰਾਜ ਕਰਨਗੇ। ਅਬਦਾਲੀ ਨੇ ਜੇ ਕਿਹਾ ਇਹ ਰਾਜ ਕਰਨਗੇ, ਰਾਜ ਉਸ ਟਾਈਮ ਭਾਜੀ ਜੇ ਸਾਡੇ ਕੋਲੇ ਖਾਣ ਨੂੰ ਕੁਛ ਨਹੀਂ ਸੀ, ਸਾਡੇ ਕੋਲੇ ਪਾਣ ਨੂੰ ਕੁਛ ਨਹੀਂ ਸੀ, ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਸੀ। ਅੱਜ ਤਾਂ ਸਿੱਖ ਧਰਮ ਪੈਸੇ ਵੱਲੋਂ ਤਾਂ ਮਰਦਾ ਹੀ ਨਹੀਂ। ਸਿੱਖ ਧਰਮ ਕੋਲ ਜਿੰਨਾ ਪੈਸਾ ਅੱਜ ਸਾਡੇ ਕੋਲ ਕਿਸੇ ਕੋਲ ਹੈ ਹੀ ਨਹੀਂ। ਪਰ ਉਹ ਲੱਗ ਕਿੱਥੇ ਰਿਹਾ? ਗਲਤ ਪਾਸੇ ਲੱਗ ਰਿਹਾ। ਗੱਲ ਆਉਂਦੀ ਹੈ ਐਜੂਕੇਸ਼ਨ ਦੀ। ਐਜੂਕੇਸ਼ਨ ਹੀ ਅੱਜ ਦੇ ਟਾਈਮ 'ਚ ਜ਼ਰੂਰੀ ਹੈ। ਸਾਨੂੰ ਪਤਾ ਲੱਗੂਗਾ, ਅਸੀਂ ਫੇਰ ਹੀ ਕਰਾਂਗੇ। ਜੇ ਤੁਸੀਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ, ਜੇ ਤੁਸੀਂ ਕਹਿੰਦੇ ਹੋ ਖਾਲਿਸਤਾਨ ਦੀ ਗੱਲ ਕਰਨੀ ਹੈ, ਖਾਲਿਸਤਾਨ ਦੀ ਗੱਲ ਕਰੇ ਨਾ ਹੋ ਜੂਗੀ, ਖਾਲਿਸਤਾਨ ਬਣ ਵੀ ਜਾਊਗਾ। ਪਰ ਖਾਲਿਸਤਾਨ ਦੀ ਜਿਹੜੀ ਨੀਂਹ ਰੱਖਣੀ ਹੈ ਜਾਂ ਜਿਹਨੂੰ ਚਲਾਉਣਾ ਪੜ੍ਹੇ ਲਿਖੇ ਬੰਦੇ ਹੀ ਚਲਾਉਣਗੇ ਭਾਜੀ। ਪਰ ਮੋਦੀ ਐਂਡ ਉਹ ਬ੍ਰਿਗੇਡ ਕੋਲ ਕਿਹੜੀ ਐਜੂਕੇਸ਼ਨ ਹੈ ਜੀ? ਭਾਜੀ ਮੋਦੀ ਕੋਲੇ ਐਜੂਕੇਸ਼ਨ ਨਹੀਂ ਗੀ, ਪਰ ਮੋਦੀ ਦੇ ਕੋਲੇ ਨਾ ਇੱਕ ਕਮਿਊਨਿਟੀ ਤਾਂ ਹੈ ਨਾ। ਮੋਦੀ ਕੋਲੇ ਇੱਕ ਉਹ ਹਿੰਦੂ ਧਰਮ ਦੀ ਗੱਲ ਕਰਕੇ ਅੱਜ ਤੱਕ ਹਿੰਦੂ ਧਰਮ ਦੀ ਗੱਲ ਕਰਦਾ ਯਾਰ। ਉਹ ਕਹਿੰਦਾ ਮੈਂ ਹਿੰਦੂ ਰਾਸ਼ਟਰ, ਉਹ ਆਰਐਸਐਸ ਦੇ ਨਾਲ, ਆਰਐਸਐਸ ਨੂੰ ਉਹ ਸਪੋਰਟ ਕਰਦਾ, ਸ਼ਿਵ ਸੈਨਾ ਨੂੰ ਉਹ ਸਪੋਰਟ ਕਰਦਾ ਕਿ ਨਹੀਂ ਕਰਦਾ? ਸਾਨੂੰ ਕੌਣ ਸਪੋਰਟ ਕਰਦਾ? ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਆਪਾਂ ਕਹਿੰਦੇ ਆ ਰਾਜ ਕਰੇਗਾ ਖਾਲਸਾ। ਖਾਲਸੇ ਨੂੰ ਰਾਜ ਕਰਾਉਣਾ ਕਿੱਥੇ ਹੈ? ਕੈਨੇਡਾ ਕਰਾਉਣਾ, ਅਮਰੀਕਾ ਕਰਾਉਣਾ ਕਿ ਯੂਕੇ ਕਰਾਉਣਾ? ਪੰਜਾਬ ਤਾਂ ਖਾਲੀ ਹੋ ਗਿਆ। ਰਿਵਰਸ ਮਾਈਗ੍ਰੇਸ਼ਨ ਦੀ ਆਪਾਂ ਗੱਲ ਕਰਦੇ ਆ, ਹੋਣਾ ਜ਼ਰੂਰੀ ਹੈ। ਪਰ ਤੁਹਾਨੂੰ ਲੱਗਦਾ ਰਿਵਰਸ ਮਾਈਗ੍ਰੇਸ਼ਨ ਹੋਊਗਾ? ਨਹੀਂ ਹੁੰਦਾ। ਐਜੂਕੇਸ਼ਨ ਭਾਜੀ ਬਹੁਤ ਜ਼ਰੂਰੀ ਹੈ। ਜੇ ਕੋਈ ਵੀਰ ਮੇਰਾ ਕਹਿੰਦਾ ਮੈਨੂੰ ਬਹੁਤੀ ਮੱਤ ਨਹੀਂ ਗੀ, ਮੈਨੂੰ ਬਹੁਤੀ ਮੱਤ ਹੈ ਨਹੀਂ, ਪਰ ਮੈਂ ਇੱਕ ਗੱਲ ਕਹਿਣਾ, ਜੋ ਮੈਂ ਦੁਨੀਆ ਦੇ ਵਿੱਚ ਦੇਖਿਆ, ਅੱਜ ਐਜੂਕੇਸ਼ਨ ਦੇ ਪੱਖੋਂ ਮੈਂ ਨਾ ਮਰਿਆ ਹੁੰਦਾ, ਜੇ ਮੈਂ ਲਾਅ ਕੀਤੀ ਹੁੰਦੀ ਜਾਂ ਮੈਂ ਬਹੁਤਾ ਪੜ੍ਹ ਲਿਖ ਕੇ ਕਿਸੇ ਅਹੁਦੇ ਤੇ ਹੁੰਦਾ ਤਾਂ ਮੈਂ ਆਪਦੇ ਧਰਮ ਦੀ ਗੱਲ ਕਰਦਾ। ਜੇ ਅੱਜ ਮੈਂ ਤੁਹਾਡੇ ਸਾਹਮਣੇ ਖੜ੍ਹ ਕੇ ਕਰਦਾ, ਫਿਰ ਤੁਸੀਂ ਕਹਿੰਦੇ ਹੋ ਸਾਡੇ ਕੋਲੇ ਬਹੁਤ ਪੜ੍ਹੇ ਲਿਖੇ ਬੱਚੇ ਆਓ। ਜੇ ਬਹੁਤ ਪੜ੍ਹੇ ਲਿਖੇ IPS IAS ਵਕੀਲ ਹੈਗੇ ਆ, ਯਾਰ ਸਾਡਾ ਆ ਕੇ ਸਾਥ ਤਾਂ ਦੇ ਦੇਣਾ। ਫਿਰ ਜਿਹੜੇ ਵਕੀਲ ਪੜ੍ਹੇ ਲਿਖੇ ਆ ਜੀ, ਅਮਰ ਸਿੰਘ ਚਾਹਲ ਹੋਰੀ ਜਾਂ ਦਿਲਸ਼ੇਰ ਸਿੰਘ ਹੋਰੀ ਜਾਂ ਹੋਰ ਵੀ ਬਹੁਤ ਸਾਰੇ ਵਕੀਲ ਲਗਾਤਾਰ ਲੱਗੇ ਹੋਏ ਆ, ਉਹ ਵੀ ਛੁਡਵਾ ਨਹੀਂ ਪਾਏ ਜੀ। ਉਹ ਵੀ ਵਕਾਲਤ ਕੀਤੀ ਹੋਈ ਹੈ ਜੀ ਉਹਨਾਂ ਨੇ, ਪਰ ਉਹਨਾਂ ਦੀ ਵੀ ਸੁਣਵਾਈ ਨਹੀਂ ਹੋ ਰਹੀ ਪੜ੍ਹ ਕੇ ਵੀ ਜੀ। ਭਾਜੀ ਨਾ ਬਿੱਲੀ ਨੂੰ ਦੇਖ ਕੇ ਨਾ ਕਬੂਤਰ ਮੇਰੇ ਵਰਗਾ ਅੱਖਾਂ ਬੰਦ ਕਰ ਲੈਂਦਾ ਹੁੰਦਾ। ਕਬੂਤਰ ਨੂੰ ਪਤਾ ਹੈ ਵੀ ਬਿੱਲੀ ਨੇ ਮੈਨੂੰ ਮਾਰ ਕੇ ਖਾ ਜਾਣਾ, ਪਰ ਉਹਨੂੰ ਐਂ ਲੱਗਦਾ ਨਹੀਂ ਵੀ ਬਿੱਲੀ ਚੱਲ ਗਈ, ਬਿੱਲੀ ਨੇ ਮੈਨੂੰ ਦੇਖਿਆ ਨਹੀਂ, ਬਿੱਲੀ ਮਾਰ ਕੇ ਖਾ ਜਾਂਦੀ। ਸਾਨੂੰ ਪਤਾ ਹੈ ਵੀ ਬਿੱਲੀ ਨੇ ਸਾਨੂੰ ਮਾਰਨਾ ਹੈ, ਸਾਨੂੰ ਪਤਾ ਸਾਡੇ ਤੇ ਤਸ਼ੱਦਦ ਹੋਏ ਆ ਤੇ ਹੋਣੇ ਵੀ ਹੈ। ਹੁਣ ਜੇ ਤੁਸੀਂ ਗੱਲ ਕਰਦੇ ਹੋ ਵਕੀਲ ਸਾਹਿਬ ਹੋਣਾ ਦੀ, ਜੇ ਇਹਨਾਂ ਨੇ ਨਾ ਐਡਵੋਕੇਟ ਬਣੇ ਹੁੰਦੇ, ਇਹਨਾਂ ਨੇ ਨਾ ਪੜ੍ਹਾਈ ਕੀਤੀ ਹੁੰਦੀ ਦੁਨਿਆਵੀ, ਉਹ ਉਹਦੇ ਨਾਂ ਲਏ ਹੁੰਦੇ, ਅੱਜ ਸਾਡੇ ਜਿੱਥੇ ਧਰਨਾ ਥੋੜੀ ਲੱਗਣਾ ਸੀ ਫਿਰ। ਅਤੇ ਆਪਾਂ ਇਕੱਠੇ ਹੋਏ ਇਹਨਾਂ ਦੇ ਕਰਕੇ ਇਕੱਠੇ ਹੋਏ ਆ। ਇਹਨਾਂ ਨੇ ਹਾਂ ਦਾ ਨਾਰਾ ਮਾਰਿਆ, ਆਪਾਂ ਤਾਂ ਹੀ ਇਕੱਠੇ ਹੋਏ ਆ। ਜੇ ਆਹ ਹੀ ਨਾ ਪੜ੍ਹੇ ਲਿਖੇ ਹੁੰਦੇ ਫਿਰ ਆਪਾਂ ਕੌਣ ਦੇਖਦੇ? ਫਿਰ ਤਾਂ ਬਾਹਰ ਦਾ ਹੀ ਦੇਖਦੇ ਆਪਾਂ, ਜਿੱਤੇ ਯਕੀਨ ਨਹੀਂ ਕਰ ਸਕਦੇ। ਇਹ ਤੁਹਾਡੇ ਸਵਾਲ ਦਾ ਜਵਾਬ ਇਹੀ ਹੈ ਵੀ ਜੇ ਇਹੀ ਨਾ ਪੜ੍ਹੇ ਲਿਖੇ ਹੁੰਦੇ, ਇਹੀ ਵਕੀਲ ਨਾ ਬਣੇ ਹੁੰਦੇ, ਤਾਂ ਫਿਰ ਆਪਾਂ ਇੱਥੇ ਥੋੜੀ ਹੁੰਦੇ। ਜੀ ਅੱਜ ਇਹ ਵਕੀਲ ਨੇ ਤਾਂ ਮੋਰਚਾ ਹੈ। ਹਾਂ ਬਿਲਕੁਲ ਭਾਜੀ, ਉਹਨਾਂ ਨੂੰ ਪਤਾ ਨਾ ਹੱਕ ਕੀ ਆ। 40 ਸਾਲ ਤੋਂ ਉਹ ਸਿੱਖ ਧਰਮ ਦੇ ਬੰਦੀਆਂ ਬਾਰੇ ਗੱਲ ਕਰ ਰਹੇ ਆ। ਸਭ ਤੋਂ ਵੱਡੀ ਗੱਲ ਤੁਹਾਡੇ ਇੱਕ ਚੈਨਲ ਤੋਂ ਮੈਂ ਕਹਿਣਾ ਚਾਹੁੰਦਾ, ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਚੰਡੀਗੜ੍ਹ ਦੇ ਬੰਦੀ ਸਿੰਘ ਪਰੋਲ ਤੇ ਆਉਂਦੇ ਆ ਤਾਂ ਆ ਕੇ ਆਟੋ ਚਲਾਉਂਦੇ ਆ। ਬੇਨਤੀ ਆ ਮੇਰੀ ਵੀ ਸਿੱਖ ਧਰਮ ਘੋੜੇ ਤੇ ਖੋਤੇ ਦੀ ਪਛਾਣ ਕਰਨੀ ਸਿੱਖ ਲਓ ਤੇ ਪੈਸਾ ਆਪਦਾ ਵੇਸਟ ਨਾ ਕਰੋ। ਹੈ ਜਿਹੜੇ ਸਿੰਘ ਅੰਦਰ ਰਹੇ ਆ ਉਹਨਾਂ ਦੇ ਘਰਾਂ ਦੀ ਸਾਰ ਲੈ ਲਈਏ। ਮੈਂ ਪਹਿਲਾਂ ਰਾਮੂ ਵਾਲੀ ਸਾਹਿਬ ਦੀ ਗੱਲ ਤੁਹਾਡੇ ਨਾਲ ਕਰਦਾ ਸੀ, ਵਰਿਆਮ ਸਿੰਘ ਜੀ ਵਾਲੀ। ਵਰਿਆਮ ਸਿੰਘ ਜੀ ਨੂੰ ਉਹਨਾਂ ਨੇ ਆਜ਼ਾਦ ਕਰਾਇਆ ਜਦੋਂ ਸੈਂਟਰ 'ਚ ਮਿਨਿਸਟਰ ਸੀਗੇ। ਕਹਿੰਦੇ ਮੈਂ ਵਰਿਆਮ ਸਿੰਘ ਨੂੰ ਅੰਦਰ ਮਿਲਣ ਗਿਆ ਜਦੋਂ ਮੈਂ ਜੇਲ੍ਹ ਮੰਤਰੀ ਹੁੰਦਾ ਸੀ। ਉਹਨਾਂ ਦੀ ਮੈਂ ਗੱਲ ਬੜੀ ਸੋਹਣੀ ਲੱਗੀ ਮੈਨੂੰ, ਚਾਹੇ ਉਹ ਪੰਥ ਦੇ ਹੱਕ 'ਚ ਹੋਣ ਨਾ ਹੋਣ, ਪਰ ਜਿਹੜਾ ਚੱਜ ਦੀ ਗੱਲ ਕਰਦਾ ਸਾਨੂੰ ਬਹੁਤ ਸੋਹਣਾ ਲੱਗਦਾ। ਉਹ ਕਹਿੰਦੇ ਮੈਂ ਨਾ ਵਰਿਆਮ ਸਿੰਘ ਨੂੰ ਮਿਲਣ ਗਿਆ ਵੀ ਵਰਿਆਮ ਸਿੰਘ ਤੇਰੀ ਨਾ ਰਿਹਾਈ ਕਰ ਦਈਏ। ਵਰਿਆਮ ਸਿੰਘ ਜੀ ਨੇ ਕਹਿੰਦਾ ਬੜੀ ਵਧੀਆ ਗੱਲ ਕਹੀ, ਕਹਿੰਦੇ ਵੀ 10ਵੇਂ ਪਾਤਸ਼ਾਹ ਨੇ ਤਾਂ ਮੇਰੀ ਰਿਹਾਈ ਕਰਾਉਣੀ ਹੈ, ਹੁਣ ਸੈਨ ਤੂੰ ਕਰਨੇ ਆ, ਜੇ ਕਰ ਦੇਂਗਾ ਤਾਂ ਠੀਕ ਹੈ, ਨਾ ਕਰੇਂਗਾ ਤਾਂ ਬੈਠੇ ਆ। ਨਾ ਕਰੇਂਗਾ ਤਾਂ ਬੈਠੇ ਆ ਜਿੱਥੇ 27 ਸਾਲ ਤੋਂ ਬੈਠੇ ਆ। ਕਹਿੰਦੇ ਮੇਰੇ ਤੋਂ ਰਿਹਾ ਨਹੀਂ ਗਿਆ, ਮੈਂ 27 ਸਾਲ ਸੀ ਆਜ਼ਾਦ ਕਰਾਤਾ। ਹੁਣ ਮੈਂ ਰਾਮੂ ਵਾਲੀਆ ਸਾਹਿਬ ਦੀ ਗੱਲ ਵੱਡੀ ਕਰਦਾ। ਉਹ ਨਾ ਫਿਰ ਇੱਕ ਸਪੀਚ ਦੇ ਵਿੱਚ ਕਹਿੰਦੇ ਆ, ਦਿੱਲੀ ਦੇ ਵਿੱਚ ਸਪੀਚ ਹੋਈ ਹੈ, ਕਹਿੰਦੇ ਵੀ ਵਰਿਆਮ ਸਿੰਘ ਦੇ ਨਾ ਭਤੀਜੀ ਦਾ ਪਤਾ ਨਹੀਂ ਘਰੋਂ ਮੈਨੂੰ ਕਿਸੇ ਦਾ ਫੋਨ ਆਇਆ ਵੀ ਮੇਰੇ ਕੋਲ ਕਾਲਜ ਦੀ ਫੀਸ ਭਰਨ ਵਾਸਤੇ ਨਾ ਪੈਸੇ ਹੈ ਨਹੀਂ, ਤੇ ਕਹਿੰਦੇ ਮੈਂ ਨਾ ਐਲਾਨ ਕਰਦਾ ਵੀ ਜੇ ਕੋਈ ਜਾਗਦੀ ਜ਼ਮੀਰ ਵਾਲਾ ਹੈਗਾ ਤੇ 50,000 ਰੁਪਇਆ ਦੇ ਦਿਓ ਯਾਰ, ਉਹ ਰੋਟੀ ਖਾ ਲੈਣ। ਭਾਜੀ ਦੇਖੋ ਸਾਡੇ ਕੌਮ ਦੀ ਤਰਾਸਦੀ ਦੇਖੋ। ਰਾਮੂ ਵਾਲੀਆ ਸਾਹਿਬ ਕੋਲ 50,000 ਹੈ ਨਹੀਂ ਯਾਰ, ਜਾਂ ਸਾਡੇ ਕੋਲ 50,000 ਹੈ ਨਹੀਂ ਯਾਰ। ਅਸੀਂ ਅੱਜ ਤੱਕ ਦਿੱਤਾ ਹੀ ਹੈ, ਪਰ ਦਿੱਤਾ ਕਿਹਨੂੰ ਆ ਭਾਜੀ? ਮੈਂ ਕਹਿੰਦਾ ਖੂਹ 'ਚ ਹੀ ਸੱਟੇ ਆ।
ਸਾਡੇ ਸਿਰ ਤੋਂ ਬੰਦੀ ਸਿੰਘਾਂ ਦੀ ਗੱਲ ਕਰਨ ਵਾਲੇ ਬਣ ਗਏ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨ ਵਾਲੇ ਬਣ ਗਏ, ਪਰ ਜਿਨ੍ਹਾਂ ਨੇ ਉਹਨਾਂ ਪਿੱਛੇ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਪਰਿਵਾਰ ਤਾਂ ਅੱਜ ਵੀ ਰੁਲਦੇ ਆ। ਬਹੁਤੇ ਪਰਿਵਾਰ ਭਾਜੀ ਸਾਹਮਣੇ ਨਹੀਂ ਆਉਂਦੇ। ਹੋ ਸਕਦਾ ਹੁਣ ਇਹ ਵੀ ਪਛਤਾਵਾ ਜਿਹੜੇ ਬੰਦੀ ਸਿੰਘ ਆ ਕੇ ਇਹ ਹਾਲ ਹੁੰਦੀ ਹੈ ਜੀ, ਜੇ ਬੰਦੀ ਸਿੰਘ ਬਾਹਰ ਆ ਜਾਂਦੇ ਆ ਤਾਂ ਰੱਬ ਨਾ ਕਰੇ ਪਰ ਸਾਡੀ ਕੌਮ ਨੇ ਲਿਆ ਤਾਂ ਆਉਣੇ, ਹੋ ਸਕਦਾ ਵੀ ਰੋਲ ਹੀ ਦੇਣ ਜੀ। ਭਾਜੀ ਐਜੂਕੇਸ਼ਨ ਤੇ ਰੁਜ਼ਗਾਰ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਸੇ ਦੇਸ਼ ਵਾਸਤੇ, ਕਿਸੇ ਕਮਿਊਨਿਟੀ ਵਾਸਤੇ ਜਾਂ ਕਿਸੇ ਪਰਸਨ ਵਾਸਤੇ। ਦੇਸ਼ ਦੀ ਗੱਲ ਬਾਅਦ ਚ ਕਰਾਂਗੇ, ਧਰਮ ਦੀ ਗੱਲ ਬਾਅਦ ਚ ਕਰਾਂਗੇ, ਸਭ ਤੋਂ ਪਹਿਲਾਂ ਆਪਣੇ ਦੋਨਾਂ ਦੀ ਗੱਲ ਕਰਦੇ ਹਾਂ। ਭਾਜੀ ਐਜੂਕੇਸ਼ਨ ਤੁਸੀਂ ਲਈ ਆ, ਆਹ ਤੁਹਾਡਾ ਰੁਜ਼ਗਾਰ ਹੈ, ਇਹ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਆ। ਐਜੂਕੇਸ਼ਨ ਜ਼ਰੂਰੀ ਹੈ ਤਾਂ ਹੀ ਪੱਤਰਕਾਰ ਬਣੇ ਹੋ, ਰੁਜ਼ਗਾਰ ਜ਼ਰੂਰੀ ਹੈ ਤਾਂ ਹੀ ਤੁਸੀਂ ਪੱਤਰਕਾਰਤਾ ਕਰ ਰਹੇ ਹੋ। ਮੇਰੇ ਵਾਸਤੇ ਰੁਜ਼ਗਾਰ ਜ਼ਰੂਰੀ ਹੈ, ਮੈਂ ਘਰ ਬੈਠ ਕੇ ਇੱਥੇ ਆਪਦੇ ਜੌਬ ਕਰਦਾ। ਰੁਜ਼ਗਾਰ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਸਿਰਫ ਗੁੱਸਾ ਲੱਗੂਗਾ ਤੁਹਾਨੂੰ ਸਾਰਿਆਂ ਨੂੰ, ਸੱਚ ਗੱਲ ਕੌੜੀ ਲੱਗਦੀ, ਪਰ ਮੈਂ ਕਹਿਣੋਂ ਹਟਦਾ ਨਹੀਂ ਹੁੰਦਾ। ਮੈਂ ਕਿਸੇ ਅਹੁਦੇ ਤੇ ਹੈ ਨਹੀਂ, ਮੈਂ ਕਿਸੇ ਪਾਰਟੀ ਨਾਲ ਬਿਲੋਂਗ ਨਹੀਂ ਕਰਦਾ। ਇੱਕ ਇਨਸਾਨੀਅਤ ਨਾਤੇ ਮੈਂ ਗੱਲ ਕਹਿਣਾ, ਜੋ ਮੈਂ ਦੇਖਦਾ ਰੁਜ਼ਗਾਰ ਸਾਡੇ ਸਿੱਖ ਧਰਮ 'ਚ ਖਤਮ ਹੁੰਦਾ ਜਾ ਰਿਹਾ। ਅਸੀਂ ਸਿਰਫ ਲੇਬਰ ਕਰਨ ਜੋਗੇ ਰਹਿ ਗਏ ਹਾਂ। ਔਰ ਤੁਸੀਂ ਸਾਰੇ ਛੱਡੋ, ਪਵਾਦ ਦੇਖ ਲਓ, ਆ ਚੰਡੀਗੜ੍ਹ ਆ, ਚੰਡੀਗੜ੍ਹ ਦੇ ਵਿੱਚ ਜਿੰਨਾ ਕੋਈ ਜ਼ਮੀਨਾਂ ਸੀ ਨਾ ਭਾਜੀ, ਮਹਿੰਗੇ ਮੁੱਲ ਵੇਚ ਕੇ ਅੱਜ ਸਿਕਿਉਰਿਟੀ ਗਾਰਡ ਲੱਗੇ ਹੋਏ ਆ ਉਹਨਾਂ ਦੀ ਜਗ੍ਹਾ ਤੇ ਹੀ ਜਿੱਥੇ ਆ ਚੰਡੀਗੜ੍ਹ ਬਣਿਆ, ਜਿੱਥੇ ਆ ਬਿਲਡਿੰਗਾਂ ਬਣੀਆਂ। ਰੁਜ਼ਗਾਰ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਹੜੇ ਬੰਦੀ ਸਿੰਘ ਬਾਹਰ ਆ ਗਏ, ਜਿਹੜੇ ਅੰਦਰ ਨੇ, ਉਹਨਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਬਹੁਤ ਜ਼ਰੂਰੀ ਹੈ, ਨਾ ਕਿ ਕਿਸੇ ਇੱਕ ਵਿਸ਼ੇਸ਼ ਜਿਹੜਾ ਜਿਹਨੂੰ ਆਪਾਂ ਜਾਣਦੇ ਉਹਦੇ ਵਾਸਤੇ। ਰੁਜ਼ਗਾਰ ਸਾਰਿਆਂ ਵਾਸਤੇ ਜ਼ਰੂਰੀ ਹੈ। ਢਿੱਡ ਸਾਰਿਆਂ ਨੂੰ ਲੱਗਾ, ਰੋਟੀ ਸਾਰਿਆਂ ਨੇ ਖਾਣੀ ਹੈ। ਚਾਹੇ ਪੰਥ ਦਾ ਦਰਦ ਮੇਰੇ ਅੰਦਰ ਹੈ, ਚਾਹੇ ਤੁਹਾਡੇ ਅੰਦਰ ਹੈ, ਰੁਜ਼ਗਾਰ ਫਿਰ ਵੀ ਜ਼ਰੂਰੀ ਹੈ। ਇੱਕ ਗੱਲ ਤੁਸੀਂ ਕਹੀ ਆ ਵੀ ਅਸੀਂ ਸਿਰਫ ਲੇਬਰ ਕਰਨ ਜੋਗੇ ਆ, ਅਸੀਂ ਲੇਬਰ ਕਰਨ ਜੋਗੇ ਆ, ਪਰ ਲੇਬਰ ਵੀ ਅਸੀਂ ਕੈਨੇਡਾ 'ਚ ਜਾ ਕੇ ਕਰਦੇ ਆ ਜੀ। ਬਿਲਕੁਲ। ਇੱਥੇ ਤਾਂ ਭਈਏ ਕਰਦੇ ਨੇ ਜਾਂ ਪ੍ਰਵਾਸੀ ਜਿਨ੍ਹਾਂ ਨੂੰ ਆਪਾਂ ਕਹਿ ਲਈਏ। ਜਿਸ ਹਿਸਾਬ ਨਾਲ ਭਾਜੀ ਪ੍ਰਵਾਸੀ ਆਮਦ ਹੋ ਰਹੀ ਹੈ, ਜਾਂ ਜਿਸ ਹਿਸਾਬ ਨਾਲ IPS IAS ਸਾਡੇ ਕੋਲੋਂ ਬਿਹਾਰ ਦੇ, ਯੂਪੀ ਦੇ, ਅਦਰ ਸਟੇਟਾਂ ਦੇ ਆ ਰਹੇ ਆ ਨਾ, ਆਉਣ ਵਾਲੇ 7 ਸਾਲਾਂ 'ਚ ਪੰਜਾਬੀ ਬਾਹਰ ਹੋਊਗਾ ਤੇ ਖਾਲਸਾ ਰਾਜ ਨਹੀਂ, ਮੈਨੂੰ ਲੱਗਦਾ ਰਾਜ ਇਹਨਾਂ ਦਾ ਹੀ ਬਣਨਾ ਇੱਥੇ, ਕਾਬਜ ਇਹਨਾਂ ਨਹੀਂ ਹੋ ਜਾਣਾ ਇੱਥੇ। IPS IAS ਜੋ ਵੀ ਹੈ ਨਾ, IPIS ਇੱਥੇ ਆ ਰਹੇ ਆ ਨਾ, ਜਿਸ ਹਿਸਾਬ ਨਾਲ ਆਉਣ ਵਾਲੇ 8 ਸਾਲਾਂ ਦੇ ਵਿੱਚ ਇਹਨਾਂ ਨੇ ਸਾਡੇ ਤੇ ਕਾਬਜ ਹੋ ਜਾਣਾ ਤੇ ਸਾਡੇ ਜੁੱਤੀਆਂ ਵੱਜਣੀਆਂ। ਯੂਥ ਨੂੰ ਮੈਂ ਇੱਕੋ ਗੱਲ ਕਹਿਣਾ, ਚਾਹੇ ਮੈਂ ਆ ਚਾਹੇ ਕੋਈ ਵੀ ਹੈ, ਪੜ੍ਹਾਈ ਲਿਖਾਈ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ, ਜਿੱਥੇ ਸਾਨੂੰ 10 ਗੁਰੂਆਂ ਬਾਰੇ ਪਤਾ ਹੋਣਾ ਚਾਹੀਦਾ, ਜਿੱਥੇ ਸਾਨੂੰ ਧਰਮ ਬਾਰੇ ਪਤਾ ਹੋਣਾ ਚਾਹੀਦਾ, ਉੱਥੇ ਸਾਡਾ ਐਡਾ ਕਵੀ ਦਿਮਾਗ ਜਾਂ ਐਜੂਕੇਸ਼ਨ ਹੋਣੀ ਚਾਹੀਦੀ। ਅਸੀਂ ਕਿਸੇ ਤੀਜੇ ਬੰਦੇ ਨਾਲ ਖੜ ਕੇ ਗੱਲ ਕਰ ਸਕੀਏ ਵੀ ਤੂੰ ਹੈ ਕੌਣ, ਤੈਨੂੰ ਅਸੀਂ ਗੱਲ ਦਾ ਜਵਾਬ ਦਿੰਦੇ ਆ। ਅਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਆ, ਅਸੀਂ ਪੜ੍ਹੇ ਲਿਖੇ ਆ। ਇੱਕ ਗੱਲ ਆਪਾਂ ਜੇ ਦੇਖੀਏ ਤੇ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਨੂੰ ਹਾਲਾਂਕਿ ਤੁਸੀਂ ਕਿਹਾ ਵੀ ਅਸੀਂ ਆਪਣੇ ਹੱਕ ਲੈ ਸਕਦੇ ਹਾਂ ਜਾਂ ਹੋਰ ਚੀਜ਼ਾਂ, ਪਰ ਸ਼ਾਇਦ ਪੰਜਾਬ ਦੀਆਂ 13 ਸੀਟਾਂ ਹੋਣ ਕਰਕੇ ਪੰਜਾਬ ਨੂੰ ਇਗਨੋਰ ਕੀਤਾ ਜਾਂਦਾ ਹੋਵੇ ਬਈ ਇਹਨਾਂ ਤੋਂ ਕੀ ਹੋਣਾ। 13 ਤਾਂ ਸੀਟਾਂ ਨੇ ਲੋਕ ਸਭਾ ਦੇ ਵਿੱਚ ਭਾਜੀ। ਫਿਰ ਜੇ ਆਪਾਂ ਇਹ ਗੱਲ ਕਰਦੇ ਹਾਂ ਤਾਂ ਫਿਰ ਤਾਂ 10ਵੇਂ ਪਾਤਸ਼ਾਹ ਨੇ ਕਿਹਾ ਵੀ 1.25 ਲੱਖ ਸੇ ਕਰੜਾऊं ਤਬੇ ਗੋਬਿੰਦ ਸਿੰਘ ਨਾਮ ਕੋ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮੇਰੇ ਕਬੇ ਉਹਨਾਂ ਛੱਡੇ ਖੇਤ। ਗੱਲ ਮੈਂ ਤੁਹਾਡੀ ਗੱਲ ਦਾ ਜਵਾਬ ਦੇਣਾ, 13 ਸੀਟਾਂ ਭਾਜੀ ਖਾਲਸਾ ਤੇ ਇੱਕੋ ਹੀ ਬਹੁਤ ਹੈ। ਜੇ ਖਾਲਸ ਸਾਡੇ ਚੋਂ ਸਿੱਖ ਜਾਂ ਸਾਡਾ ਪੂਰਾ ਗੁਰੂ ਦਾ ਧਾਰਨੀ, ਬਾਣੇ ਦਾ ਧਾਰਨੀ, ਜਿਹਨੂੰ ਸਾਰਾ ਕੁਝ ਪਤਾ ਸਾਡੇ ਬਾਰੇ ਜੇ ਕੋਈ ਗੱਲ ਕਰੂਗਾ, ਇਕੱਲਾ ਹੀ ਬਹੁਤ ਹੈ। 13 ਸੀਟਾਂ ਤਾਂ ਬਹੁਤ ਹੁੰਦੀਆਂ ਭਾਜੀ। ਸਾਡੀ ਸਟੇਟ ਅੱਛਾ ਮੈਨੂੰ ਗੱਲ ਦੱਸੋ, ਤਾਮਿਲ ਫਿਰ ਅਸੀਂ ਖਾਲਸ ਦੇਖੀਏ, ਫਿਰ ਉਹ ਖਾਲਸ ਨੇ। ਬਿਲਕੁਲ ਭਾਜੀ, ਖਾਲਸ ਆਪਾਂ ਕਹਿੰਦੇ ਕਿਹਨੂੰ ਆ? ਰੂਪ ਰੰਗ ਰੇਖਾ ਨੂੰ ਨਾ ਕਹੋ ਨਾ। ਖਾਲਸ ਕੀ ਹੁੰਦਾ? ਕਿ ਸ਼ੁੱਧ। ਖਾਲਸ ਆਪਾਂ ਪਿਓਰ ਨੂੰ ਕਹਿ ਦਿੰਦੇ ਆ, ਖਾਲਸ ਆਪਾਂ ਪਿਓਰ ਨੂੰ ਕਹਿ ਦਿੰਦੇ ਆ, ਸ਼ੁੱਧ ਨੂੰ ਕਹਿ ਦਿੰਦੇ ਆ। ਤਾਂ ਫਿਰ ਉਹ ਸਾਡੇ ਨਾਲ ਦੋ ਚੰਗੇ ਸੀ ਤਾਮਿਲ ਜਿਹੜੇ ਆਪਦੇ ਬੰਦੇ ਛਡਾ ਕੇ ਲੈ ਗਏ। ਤਾਮਿਲਾਂ ਦਾ ਇਕੱਠ ਸੀ, ਉਹਨਾਂ ਨੇ ਮਤੇ ਪਾਏ ਆ ਨਾ, ਉਹਨਾਂ ਦੀ ਕਿੰਨੀਆਂ ਸੀਟਾਂ ਸੀ ਮੈਨੂੰ ਨਹੀਂ ਪਤਾ, ਪਰ ਤਾਮਿਲਾਂ ਨੇ ਆਪਦੇ ਬੰਦੇ ਛਡਾਏ ਆ। ਜੇ ਸਾਡੀ ਸਟੇਟ, ਸਾਡੇ ਧਰਮ ਨਾਲ ਸਾਡੇ ਬਣਾਏ ਹੋਏ ਲੀਡਰ ਸਾਡੇ ਸਿਰ ਤੇ ਰਾਜ ਕਰ ਗਏ 20-20 ਸਾਲ, ਇਹਨਾਂ ਨੇ ਵਜ਼ੀਰੀਆਂ ਬਣਾ ਲੀਆਂ, ਜੋ ਸਾਡੀ ਉਸ ਟਾਈਮ ਗੱਲ ਕਰਦੇ ਤਾਂ ਅੱਜ ਆਪਾਂ ਨੂੰ ਉੱਥੇ ਧਰਨੇ ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ। ਸਾਡੇ ਕਿਤੇ ਨਾ ਕਿਤੇ ਲੀਡਰ ਫਿਰ ਮਾੜੇ ਆ, ਕਿਉਂਕਿ ਤਾਮਿਲ ਜੇ ਕਹਿੰਦੇ ਆ ਵੀ ਅਸੀਂ ਨਹੀਂ ਤਾਂ ਆਪਣਾ ਵੱਖਰੇ ਰਾਜ ਦੀ ਮੰਗ ਕਰਾਂਗੇ, ਉਹਨਾਂ ਦੇ ਛੱਡ ਦਿੱਤੇ ਜਾਂਦੇ। ਅਸੀਂ ਕਹਿੰਦੇ ਵੱਖਰੇ ਰਾਜ ਦੀ, ਸਾਡੇ ਤੇ ਪਰਚੇ ਪਾਉਂਦੇ। ਭਾਜੀ ਸਾਡਾ ਨਾ ਇੱਕ ਦੁਖਾਂਤ ਆ ਬਹੁਤ ਵੱਡਾ, ਵੀ ਜਦੋਂ ਕੋਈ ਸਾਡੀ ਕੋਈ ਗੱਲ ਕਰਨ ਲੱਗਦਾ ਨਾ, ਅਸੀਂ ਉਹਦੀ ਲੱਤ ਖਿੱਚ ਦਿੰਦੇ ਆ ਵੀ ਨਾ ਵੀਰ ਗਲਤ ਗੱਲ ਆ, ਤੂੰ ਨਹੀਂ ਅੱਗੇ ਵੱਧਦਾ ਨਾ, ਜੇ ਮੈਂ ਨਹੀਂ ਅੱਗੇ ਵੱਧਦਾ ਤੂੰ ਵੀ ਨਹੀਂ ਜਾਣ, ਅਸੀਂ ਤੈਨੂੰ ਵੀ ਨਹੀਂ ਦਿੰਦੇ। ਅਸੀਂ ਆਪ ਹੀ ਇੱਕ ਦੂਜੇ ਨੂੰ ਨਹੀਂ ਜਰਦੇ, ਸਾਡੇ ਆਪਸ 'ਚ ਫੁੱਟਾਂ ਪਈਆਂ ਹੋਈਆਂ ਤੇ ਅਸੀਂ ਸਾਡਾ ਆਹੀ ਤਾਂ ਦੁਖਾਂਤ ਆ ਵੀ ਅਸੀਂ 4 ਬੰਦੇ ਜਿਹੜੇ ਸਾਡੀ ਗੱਲ ਕਰਨ ਵਾਲੇ ਇਕੱਠੇ ਹੋ ਗਏ, ਜੇ ਅਸੀਂ ਕਿਸੇ ਨੂੰ ਅੱਗੇ ਭੇਜ ਵੀ ਦਿੰਦੇ ਨਾ, ਉਹ ਸਾਡੀ ਉਹ ਗੱਲ ਹੀ ਨਹੀਂ ਕਰਦੇ। ਅੱਜ ਕੀ ਸੈਂਟਰ ਦੇ ਨਾਲ ਭਾਈਵਾਲਤਾ, ਮੈਂ ਫੇਰ ਬਾਰ-ਬਾਰ ਇੱਕੋ ਗੱਲ ਕਹਿੰਦੇ ਆ, ਮੈਨੂੰ ਕਹਿੰਦੇ ਆ ਵੀ ਤੂੰ ਇੱਕੋ ਗੱਲ ਕਰਦਾ ਰਹਿਣਾ। ਇੱਕੋ ਗੱਲ ਮੈਂ ਤਾਂ ਕਰਦਾ ਵੀ ਤੁਸੀਂ ਇਹ ਗੱਲ ਦਾ ਮੈਨੂੰ ਜਵਾਬ ਤਾਂ ਦਿਓ। ਸੈਂਟਰ ਦੇ ਨਾਲ ਭਾਈਵਾਲਤਾ ਸਾਡੇ ਸਿੱਖਾਂ ਦੀ ਬਹੁਤ ਹੈ, ਕਰਾਉਣ ਨੂੰ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਜਿਹੜੇ ਸਾਡੇ ਮੇਨ ਆ ਨਾ, ਉਹੀ ਨਹੀਂ ਕਰਨ ਦਿੰਦੇ ਸਾਨੂੰ, ਉਹੀ ਨਹੀਂ ਗੱਲ ਕਰਦੇ। ਉਹ ਕਹਿੰਦੇ ਛੱਡੋ ਪਰ ਯਾਰ ਕੋਈ ਨਾ, 4 ਦਿਨਾਂ ਦੀ ਚਾਂਦਨੀ ਫਿਰ ਅੰਧੇਰੀ ਰਾਤ ਦੇਖੀ ਜਾਊਗੀ। ਬਿਲਕੁਲ ਬਾਈ, ਗੱਲਾਂ ਬਹੁਤ ਜਾਇਜ਼ ਨੇ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਫਿਰ ਹਰਕਿਰਤ ਬਾਈ ਦੇ ਨਾਲ ਸਮੇਂ ਅਨੁਸਾਰ ਅਸੀਂ ਗੱਲਬਾਤ ਕਰਦੇ ਰਹਾਂਗੇ, ਕਿਉਂਕਿ ਇਹ ਗੱਲਾਂ ਤੁਹਾਡੇ ਤੱਕ ਪਹੁੰਚਣੀਆਂ ਵੀ ਜ਼ਰੂਰੀ ਨੇ। ਤੇ ਇਹਦੇ ਵਿੱਚ ਗੱਲ ਸਾਹਮਣੇ ਆਉਂਦੀ ਹੈ ਵੀ ਜੇ ਕੋਈ ਕਮੀ ਹੈ
ਕਿਤੇ ਵੀ ਪਤਾ ਲੱਗਦੀ ਹੈ ਤਾਂ ਉਹ ਕਮੀ ਦੂਰ ਹੋਣੀ ਚਾਹੀਦੀ ਹੈ। ਦੀ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ ਉਹ ਕਮੀ ਆਈ ਕਿਉਂ ਹੈ, ਉਹ ਗਾਹਾਂ ਤੋਂ ਨਾ ਆਵੇ, ਉਹਦੇ ਲਈ ਵੀ ਵਿਚਾਰਾਂ ਹੋਣੀਆਂ ਚਾਹੀਦੀਆਂ। ਤੇ ਇਹ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ, ਜ਼ਰੂਰੀ ਹੈ। ਪਰ ਬੰਦੀ ਸਿੰਘ ਹੁਣ ਤੱਕ ਰਿਹਾ ਕਿਉਂ ਨਹੀਂ ਹੋਏ, ਕਮੀਆਂ ਕਿੱਥੇ ਰਹੀਆਂ, ਉਹਦੇ ਬਾਰੇ ਵਿਚਾਰ ਕਰਨੀ ਸੀ, ਇਹ ਜ਼ਰੂਰੀ ਵੀ ਸੀ। ਸੋ ਹਰਕ੍ਰੀਤ ਬਾਈ ਨੇ ਆਪਣੇ ਵਿਚਾਰ ਦਿੱਤੇ ਆ ਵੀ ਸਾਨੂੰ ਧਾਰਮਿਕ ਵਿੱਦਿਆ ਦੇ ਨਾਲ ਨਾਲ ਸਾਨੂੰ ਜਿਹੜੀ ਹੈਗੀ ਆ ਦੁਨਿਆਵੀ ਵਿੱਦਿਆ ਵੀ ਲੈਣੀ ਪਊਗੀ, ਜਿਸ ਕਰਕੇ ਅਸੀਂ ਟੇਬਲ ਟਾਕ ਕਰਨ ਦੇ ਸਮਰੱਥ ਹੋ ਸਕੇ। ਜਿਵੇਂ ਦੀਪ ਸਿੱਧੂ ਹੋਰੀ ਬਾਈ ਜਦੋਂ ਫਤਿਹਗੜ੍ਹ ਤੋਂ ਰਾਜਪਾਲ ਤੱਕ ਜਾਂਦੇ ਆ ਤਾਂ ਰਾਜਪਾਲ ਨੂੰ ਉਹ ਬੜਾ ਹੈਰਾਨ ਵੀ ਕਰਦੇ ਆ, ਤੇ ਰਾਜਪਾਲ ਉਹਨਾਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਇਹ ਵੀ ਕਹਿੰਦਾ ਵੀ ਮੇਰੇ ਹੱਥ 'ਚ ਪਾਵਰ ਹੈ, ਇਹ ਜ਼ਰੂਰ ਹੋਣਗੇ, ਕਿਉਂਕਿ ਉਹ ਢੰਗ ਅਜਿਹਾ ਸੀ ਬਾਈ ਦਾ, ਦੀਪ ਸਿੱਧੂ ਦਾ। ਤਾਂ ਅਜਿਹੇ ਸਾਨੂੰ ਯੋਧੇ, ਅਜਿਹੇ ਬੰਦੇ ਵੀ ਪੈਦਾ ਕਰਨੇ ਹੋਣਗੇ, ਸਾਨੂੰ ਦੁਨਿਆਵੀ ਪੜ੍ਹਾਈਆਂ ਵੀ ਹੋਣੀਆਂ ਦੇਣੀਆਂ ਪੈਣਗੀਆਂ। ਤੇ ਜਿਹੜੀਆਂ ਸੱਥਾਂ ਦੇ ਵਿੱਚ ਚਰਚਾ ਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਜ਼ਰੂਰ ਸ਼ਾਮਿਲ ਕਰ ਲਿਆ ਕਰੋ, ਤਾਂ ਜੋ ਫਿਰ ਅਸੀਂ ਹੌਲੀ ਹੌਲੀ ਕਮੀਆਂ ਦੂਰ ਕਰਦੇ ਕਰਦੇ ਜੋ ਸਾਡੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਹਾਜ਼ ਭਰ ਜਾ ਰਹੇ ਆ ਉਹਨਾਂ ਨੂੰ ਵੀ ਰੋਕ ਸਕੀਏ ਤੇ ਆਪਣੇ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾ ਸਕੀਏ। ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।